ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਜੀ ਸਰੋਤਿਓ, ਪ੍ਰੋਗਰਾਮ ਹਾਜ਼ਰ ਹੈ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਅੱਜ ਸਾਡੇ ਨਾਲ ਹੁੰਦੇ ਨੇ ਬਲਤੇਜ ਪੰਨੂ। ਦੱਸਦੇ ਨੇ ਕਿ ਪੰਜਾਬ ਦੇ ਵਿੱਚ, ਭਾਰਤ ਦੇ ਵਿੱਚ ਜਿਹੜੀਆਂ ਖਬਰਾਂ ਆ ਉਹਨਾਂ ਦੇ ਪਿੱਛੇ ਕੀ ਕੁਛ ਹੁੰਦਾ ਆ। ਤੁਸੀਂ ਪੰਜਾਬੀ ਰੇਡੀਓ USA ਨੂੰ ਸੁਣ ਸਕਦੇ ਜੀ, ਰੇਡੀਓ ਸੈੱਟ ਤੇ, ਨੈੱਟ ਤੇ, ਫੋਨ ਤੇ। ਪੰਜਾਬੀ ਰੇਡੀਓ USA ਨੂੰ ਸੈੱਟ ਤੇ ਸੁਣਨ ਲਈ ਤੁਸੀਂ ਕਾਲ ਕਰ ਸਕਦੇ ਹੋ ਜੀ 4082725200। ਜੇ ਤੁਸੀਂ ਇਸ ਨੂੰ ਫੋਨ ਤੇ ਸੁਣਨਾ ਕੰਮ ਕਰਦੇ ਤੁਸੀਂ ਆਪੋ ਆਪਣੇ ਦੇਸ਼ਾਂ ਦੇ ਵਿੱਚ ਵੀ ਸੁਣ ਸਕਦੇ ਆ ਜੀ। ਪੰਜਾਬੀ ਰੇਡੀਓ USA ਨੂੰ ਜੇ ਤੁਸੀਂ ਸੁਣਨਾ ਆ ਜੀ ਅਮਰੀਕਾ ਦੇ ਵਿੱਚ 832 551 50 29 605 475 68 68, UK ਲਈ 3300101100, ਜਰਮਨੀ ਲਈ 5118090441, ਆਸਟ੍ਰੇਲੀਆ ਲਈ 1300768450। ਤੇ ਜੇ ਫਰਾਂਸ ਦੇ ਵਿੱਚ ਤੁਹਾਡਾ ਕੋਈ ਹੈਗਾ ਆ ਤੇ ਉਹ ਸੁਣ ਸਕਦੇ ਜੀ 3318014255। ਅਤੇ ਵੈਸੇ ਤੁਸੀਂ ਕਿਸੇ ਦੁਨੀਆ ਦੇ ਕਿਸੇ ਹਿੱਸੇ ਵਿੱਚ ਵੀ ਆ, ਤੁਹਾਡੇ ਕੋਲ ਸਮਾਰਟਫੋਨ ਆ ਤੇ ਤੁਸੀਂ ਉਸ 'ਤੇ ਐਪ ਨੂੰ ਵੀ ਡਾਊਨਲੋਡ ਕਰ ਸਕਦੇ ਆ। ਡਾਊਨਲੋਡ ਕਰਕੇ ਐਪ ਨੂੰ ਤੇ ਤੁਸੀਂ ਕੋਈ ਵੀ ਰੇਡੀਓ ਸੁਣ ਸਕਦੇ ਆ। ਇਸ ਦੇ ਵਿੱਚ 4 ਰੇਡੀਓ ਨੇ ਜੀ। ਪੰਜਾਬੀ ਰੇਡੀਓ USA ਦੇ ਇਸ ਪ੍ਰੋਗਰਾਮ ਨੂੰ ਸਪੋਂਸਰ ਕਰਦੇ ਨੇ ਜੀ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦਾ ਫੋਨ ਨੰਬਰ 4082722500। ਕਰਮਪਾਲ ਸਿੰਘ, ਜਸਜੀਤ ਕੌਰ, ਸਤਨਾਮ ਸਿੰਘ ਸ਼ੇਰਗਿੱਲ, ਮੰਜ਼ਲ ਬ੍ਰਦਰਸ, ਦਲੀਪ ਸਿੰਘ ਤੇ ਅਵਤਾਰ ਸਿੰਘ, ਰਜਿੰਦਰ ਕੌਰ ਜੀ, ਰਜਿੰਦਰ ਕੁਮਾਰ ਜੀ ਤੇ ਬਲਵਿੰਦਰ ਸਿੰਘ ਪਹਿਲਾ। ਬਹੁਤ ਬਹੁਤ ਧੰਨਵਾਦੀ ਹਾਂ ਜੀ ਇਹਨਾਂ ਨੇ ਇਸ ਪ੍ਰੋਗਰਾਮ ਨੂੰ ਸਪੋਂਸਰ ਕੀਤਾ। ਆਪਾਂ ਗੱਲਬਾਤ ਕਰਦੇ ਹਾਂ ਜੀ ਬਲਤੇਜ ਪੰਨੂ ਹੋਰਾਂ ਦੇ ਨਾਲ। ਬਲਤੇਜ ਪੰਨੂ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਮਿਹਰਬਾਨੀ ਜੀ। ਬਲਤੇਜ ਪੰਨੂ ਜੀ, ਆਪਾਂ ਕਾਫੀ ਦਿਨਾਂ ਤੋਂ ਗੱਲਬਾਤ ਕਰ ਰਹੇ ਇੱਕ ਬਾਬੇ ਦੀ ਜਿਹੜਾ ਬੜਾ ਅੜਿੱਕੇ ਨਹੀਂ ਸੀ ਆ ਰਿਹਾ, ਬੜਾ ਖਰਚਾ ਕੀਤਾ ਹੈ ਉਹਨੂੰ ਫੜਨੇ ਦੇ ਲਈ ਗੌਰਮੈਂਟ ਨੇ, ਬਾਬਾ ਰਾਮਪਾਲ। ਤੇ ਉਸ ਦੀ ਜਿਹੜੀ ਪੇਸ਼ੀ ਹੋਈ ਆ, ਉਹ ਉੱਥੇ ਕਿੰਨੇ ਕੁ ਉਹਦੇ ਸ਼ਰਧਾਲੂ ਸੀਗੇ? ਨਹੀਂ, ਕੋਈ ਵੀ ਨਹੀਂ ਲੱਭਿਆ ਜੀ ਉਹ ਸ਼ਰਧਾਲੂ ਜਿਨ੍ਹਾਂ ਨੇ ਕੁਝ ਦਿਨ ਪਹਿਲਾਂ ਜਦੋਂ ਪੇਸ਼ੀ ਸੀਗੀ ਇਹਦੀ, ਚੰਡੀਗੜ੍ਹ ਦੇ ਪ੍ਰਸ਼ਾਸਨ ਨੂੰ ਪਾਤਾ ਸੀਗਾ ਸਿਰਾਂ ਤੇ ਹੈਲਮਟ ਤੇ ਹੱਥਾਂ ਦੇ ਵਿੱਚ ਡੰਡੇ ਲੈ ਕੇ ਪੂਰੀ ਦੇ ਪੂਰੇ ਚੰਡੀਗੜ੍ਹ, ਪੰਚਕੂਲਾ, ਜ਼ੀਰਕਪੁਰ ਉਹਨਾਂ ਨੇ ਜਾਮ ਕਰਤੇ ਸੀਗੇ ਜੀ। ਹੁਣ ਜਦੋਂ ਉਹਦੀ ਪੇਸ਼ੀ ਕੀਤੀ ਗਈ ਹੈ ਜੀ, ਇੱਕ ਸਿੰਗਲ ਬੰਦਾ ਵੀ ਜਿਹੜਾ ਉਹ ਨਹੀਂ ਲੱਭਿਆ। ਹਾਲਾਂਕਿ ਪੁਲਿਸ ਮੁਸ਼ਤੈਦੀ ਜਿਹੜੀ ਸੀ ਉਹ ਬਹੁਤ ਰਹੀ। ਜ਼ੀਰਕਪੁਰ ਦੇ ਵਿੱਚ ਡੇਰਾਬੱਸੀ ਦੇ ਨੇੜੇ ਜਿਹੜੇ ਨਾਕੇ ਸੀ ਪੁਲਿਸ ਤੇ ਲੱਗੇ ਰਹੇ, ਪੰਚਕੂਲਾ ਦੇ ਵਿੱਚ ਪੁਲਿਸ ਜਿਹੜੀ ਤਾਇਨਾਤ ਰਹੀ, ਚੰਡੀਗੜ੍ਹ ਦੇ ਰੇਲਵੇ ਸਟੇਸ਼ਨ ਤੇ ਬੱਸ ਅੱਡੇ ਦੇ ਉੱਤੇ ਪੁਲਿਸ ਦਾ ਕਾਫੀ ਵੱਡੀ ਗਿਣਤੀ ਦੇ ਵਿੱਚ ਜਿਹੜੀ ਉਹ ਖੜੀ ਰਹੀ ਕਿ ਇਸ ਪਾਸੇ ਤੋਂ ਇਕੱਠੇ ਹੋ ਕੇ ਜਿਹੜੇ ਆ ਸਕਦੇ ਨੇ ਜੀ। ਪਰ ਇਹਨਾਂ ਚੇਲਿਆਂ ਦੇ ਵਿੱਚੋਂ ਕੋਈ ਵੀ ਨਹੀਂ ਲੱਭਿਆ ਜੀ, ਨਾ ਉਹ ਚੰਡੀਗੜ੍ਹ ਪਹੁੰਚੇ, ਉਹ ਆਪੋ ਆਪਣੇ ਘਰਾਂ ਨੂੰ ਚਲੇ ਗਏ ਨੇ। ਸ਼ਾਇਦ ਇਸ ਕਰਕੇ ਕਿ ਤਮਾਸ਼ਾ ਜਿਹੜਾ ਸੀਗਾ ਉਹ ਰਾਮਪਾਲ ਦਾ ਉਹ ਖਤਮ ਹੋ ਗਿਆ ਜੀ। ਅਦਾਲਤ ਦੇ ਵਿੱਚ ਜਦੋਂ ਉਹਨੂੰ ਪੇਸ਼ ਕੀਤਾ ਗਿਆ ਜੀ ਤਾਂ ਇੱਥੇ ਉਹ ਬੇਸ਼ਰਮਾ ਵਾਂਗੂ ਜਿਹੜਾ ਸੀਗਾ ਕਿ ਕਟਹਿਰੇ ਦੇ ਵਿੱਚ ਖੜਾ ਰਿਹਾ। ਜਿਹੜੇ ਉਹਦੇ ਚੇਲੇ ਕਹਿੰਦੇ ਸੀਗੇ ਉਹ ICU ਦੇ ਵਿੱਚ ਹੈ, ਬਹੁਤ ਜ਼ਿਆਦਾ ਗੰਭੀਰ ਬਿਮਾਰ ਹੈ, ਇਸ ਕਰਕੇ ਉਹ ਨਹੀਂ ਆ ਸਕਦਾ ਅਦਾਲਤ ਦੇ ਵਿੱਚ। ਜਦੋਂ ਉਹਦਾ ਪੰਚਕੂਲੇ ਦੇ ਵਿੱਚੋਂ ਮੈਡੀਕਲ ਵਗੈਰਾ ਕਰਵਾਇਆ ਗਿਆ ਤਾਂ ਉਹਨੂੰ ਕੋਈ ਤਕਲੀਫ ਹੀ ਨਹੀਂ ਹੈਗੀ, ਉਹ ਤਾਂ ਬਿਲਕੁਲ ਸਹੀ ਹੈ ਜੀ, ਕੋਈ ਪ੍ਰੋਬਲਮ ਨਹੀਂ ਆ ਉਹਨੂੰ। ਜਿਹੜੀ ਪੁਲਿਸ ਹੈ ਜੀ ਉਹਨੇ ਵੀ ਮੀਡੀਆ ਨੂੰ ਨੇੜੇ ਸੱਦ ਕੇ ਉਹਦੀਆਂ ਜਿਹੜੀਆਂ ਫੋਟੋਆਂ ਖਿਚਵਾਈਆਂ ਕਿ ਆਹ ਬੰਦਾ ਖੜਾ ਜੀ। ਪੰਚਕੂਲੇ ਦੀ ਜਿਹੜੀ ਹਵਾਲਾਤ ਹੈ ਉਹਦੇ ਅੰਦਰ ਵੀ ਜਿਹੜੀਆਂ ਉਹਦੀਆਂ ਫੋਟੋਆਂ ਸੀਗੀਆਂ, ਇੱਥੋਂ ਤੱਕ ਜਿਹੜੀਆਂ ਉਹ ਖਿਚਵਾਈਆਂ ਕਿ ਸਾਰਿਆਂ ਨੂੰ ਜਿਹੜਾ ਦਿਖਾ ਦਿਓ ਜਿਹੜਾ ਰੌਲਾ ਪਾਉਂਦਾ ਸੀ ਆਹ ਜਿਹੜਾ ਜੀ ਖੜਾ। ਉੱਧਰ ਜਿਹੜਾ ਰਾਮਪਾਲ ਦਾ ਆਸ਼ਰਮ ਹੈ ਜੀ, ਜੋ ਕੁਛ ਉਹਦੇ ਵਿੱਚੋਂ ਮਿਲਿਆ ਉਹਦੇ ਨਾਲ ਉਹ ਕਿਹਾ ਹੀ ਨਹੀਂ ਜਾ ਸਕਦਾ ਕਿ ਉੱਥੇ ਕੋਈ ਧਾਰਮਿਕ ਜਿਹੜਾ ਜੀ ਕੰਮ ਹੁੰਦਾ ਹੋਊਗਾ। ਉੱਥੇ ਜਿਹੜੇ ਕੈਮਰੇ ਸੀਗੇ, CCTV ਕੈਮਰੇ ਔਰਤਾਂ ਦੇ ਵਾਸ਼ਰੂਮਾਂ ਦੇ ਵਿੱਚ ਸਿੱਧੇ ਲਾਏ ਹੋਏ ਸੀਗੇ ਜੀ। ਖੁਫੀਆ ਕੈਮਰੇ ਇਹ ਮਿਲੇ ਨੇ। ਨਸ਼ੀਲੀਆਂ ਦਵਾਈਆਂ, ਬੇਹੋਸ਼ੀ ਦੀ ਹਾਲਤ ਦੇ ਵਿੱਚ ਪਹੁੰਚਾਉਣ ਵਾਲੀ ਗੈਸ, ਅਸ਼ਲੀਲ ਸਾਹਿਤ, ਇਤਰਾਜ਼ਯੋਗ ਸਮੱਗਰੀ ਜਿਹੜੀ ਹੈ ਜੀ ਉਹ ਮਿਲੀ ਹੈ। ਇੱਕ ਔਰਤ ਨੇ ਬਾਹਰ ਆ ਕੇ ਜਿਹੜੇ ਜੀ ਇਹ ਵੀ ਦੋਸ਼ ਲਾਏ ਨੇ ਕਿ ਉਹਦੇ ਨਾਲ ਜਿਹੜਾ ਜੀ ਬਲਾਤਕਾਰ ਅੰਦਰ ਕਈ ਦਿਨਾਂ ਤੋਂ ਜਿਹੜਾ ਜੀ ਉਹ ਹੋਇਆ। ਔਰ ਉਹਨੇ ਇਹ ਵੀ ਕਿਹਾ ਕਿ ਜਿਹੜੇ ਇਹਦੇ ਸਿਕਿਉਰਿਟੀ ਵਾਲੇ ਸਨ ਉਹ ਉਹਨੂੰ ਧਮਕਾ ਕੇ ਅੰਦਰ ਰੱਖ ਰਹੇ ਸਨ ਔਰ ਉਹਨਾਂ ਦੇ ਕੱਪੜੇ ਜਿਹੜੇ ਉਹ ਨਹੀਂ ਸੀ ਦਿੱਤੇ ਜਾ ਰਹੇ ਕਿ ਜੇ ਬਾਹਰ ਜਾ ਕੇ ਕੁਝ ਦੱਸਿਆ। ਇਹ ਵੀ ਸਾਹਮਣੇ ਆ ਰਿਹਾ ਜੀ ਕਿ ਰਾਮਪਾਲ ਨੇ ਇਹ ਕਿਹਾ ਸੀਗਾ ਕਿ ਮੈਂ ਆਤਮ ਸਮਰਪਣ ਕਰਨ ਨੂੰ ਤਿਆਰ ਹੈ ਪਰ ਜੇ ਡੇਰੇ ਦੀ ਤਲਾਸ਼ੀ ਨਾ ਲਈ ਜਾਵੇ। ਪਰ ਜਿਹੜੀ ਪੁਲਿਸ ਸੀ ਉਹਨੇ ਇਹ ਗੱਲ ਮੰਨਣ ਤੋਂ ਜਿਹੜਾ ਜੀ ਉਹ ਨਾ ਕਰਤੀ ਕਿ ਇੱਦਾਂ ਨਹੀਂ ਹੋਊਗਾ, ਡੇਰੇ ਦੀ ਤਲਾਸ਼ੀ ਜਿਹੜੀ ਲਈ ਜਾਊਗੀ। ਤਲਾਸ਼ੀ ਅਭਿਆਨ ਅਜੇ ਜਾਰੀ ਹੈ। ਤਕਰੀਬਨ 5000 ਬੰਦਾ ਜਿਹੜਾ ਜੀ ਉਹ ਹੋਰ ਡੇਰੇ ਚੋਂ ਕੱਢ ਲਿਆ ਗਿਆ। ਹੁਣ ਡੇਰਾ ਮੁਕੰਮਲ ਰੂਪ ਦੇ ਵਿੱਚ ਜਿਹੜਾ ਜੀ ਉਹ ਖਾਲੀ ਕਰਵਾ ਲਿਆ ਗਿਆ। ਪੰਜਾਬ ਹਰਿਆਣਾ ਹਾਈ ਕੋਰਟ ਨੇ ਜਿੱਥੇ ਇੱਕ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਜਿਹੜੀ ਹੈ ਜੀ ਬਣਾਤੀ ਹੈ ਇਹਦੀ ਜਾਂਚ ਦੇ ਵਾਸਤੇ, ਉਹਦੇ ਨਾਲ ਨਾਲ ਪੰਜਾਬ ਹਰਿਆਣਾ ਹਾਈ ਕੋਰਟ ਨੇ ਪੂਰੀ ਡਿਟੇਲ ਜਿਹੜੀ ਹੈ ਜੀ ਹਰਿਆਣੇ ਦੀ ਪੁਲਿਸ ਤੋਂ ਮੰਗੀ ਹੈ ਕਿ ਦੱਸੋ
ਜਿੰਨੀ ਵਾਰੀ ਇਹ ਨਹੀਂ ਆਇਆ ਇੱਥੇ ਕਿੰਨਾ ਖਰਚਾ ਹੋਇਆ ਚੰਡੀਗੜ੍ਹ ਦੇ ਵਿੱਚ ਉਹਦਾ, ਜਿਹੜਾ ਹੁਣ ਜਦੋਂ ਇਹਨੂੰ ਫੜਨ ਦੇ ਉੱਤੇ ਕਿੰਨਾ ਖਰਚਾ ਹੋਇਆ ਜੀ, ਸਾਰੇ ਦੇ ਸਾਰੀ ਉਹਨੇ ਡਿਟੇਲ ਆ ਪੂਰੀ ਜਿਹੜੀ ਉਹ ਮੰਗੀ ਹੈ ਜੀ। ਅਜੀਤ, ਜਿਸ ਤਰ੍ਹਾਂ ਆਪਾਂ ਬਾਬਿਆਂ ਦੀ ਗੱਲ ਕਰਦੇ ਹਾਂ, ਕਦੀ ਆਸਾਰਾਮ ਹੋਇਆ, ਕਦੀ ਇਹ ਬਾਬਾ ਹੋ ਗਿਆ, ਕਦੀ ਕੋਈ ਬਾਬਾ ਹੋ ਗਿਆ, ਇਹ ਜਿਹੜੇ ਇੰਨੇ ਅਮੀਰ ਬਣੇ ਹੋਏ ਆ, ਅਰਬਾਂ ਖਰਬਾਂ ਪਤੀ ਹੈ, ਕੀ ਆਮ ਲੋਕਾਂ ਨੂੰ ਕੀ ਫਾਇਦਾ ਹੁੰਦਾ ਇਹਨਾਂ ਦਾ? ਕੁਛ ਵੀ ਨਹੀਂ ਜੀ, ਆਮ ਲੋਕਾਂ ਦਾ ਤਾਂ ਪੈਸਾ ਜੀ, ਇਹ ਆਮ ਲੋਕਾਂ ਤੋਂ ਠੱਗ ਕੇ ਤਾਂ ਇਹ ਜਿਹੜੇ ਜੀ ਕਰੋੜਪਤੀ ਅਰਬਪਤੀ ਜਿਹੜੇ ਉਹ ਬਣੇ ਬੈਠੇ ਨੇ, ਕਰੋੜਾਂ ਰੁਪਈਆਂ ਦੀ ਜਾਇਦਾਦ ਜਿਹੜੀ ਹੈ ਜੀ ਉਹ ਬਣਾਈ ਬੈਠੇ ਨੇ। ਇੰਨਾ ਜ਼ਰੂਰ ਹੈ ਜੀ, ਇਹ ਇੱਕ ਪੋਜ਼ਿਟਿਵ ਗੱਲ ਇਹਨੂੰ ਲਈ ਜਾ ਸਕਦੀ ਹੈ। ਪਤਾ ਨਹੀਂ ਹੁਣ ਕਿੰਨੀ ਦੇਰ ਕਿ ਅਦਾਲਤ ਜਿਹੜੀ ਹੈ ਜੀ ਉਹਦੀ ਪਿੱਠ ਥਾਪੜ ਨਹੀਂ ਬਣਦੀ ਹੈ ਕਿ ਜਿੰਨਾ ਸਖਤ ਸਟੈਂਡ ਉਹਨੇ ਰਾਮਪਾਲ ਵਾਲੇ ਮੁੱਦੇ ਦੇ ਉੱਤੇ ਲਿਆ। ਅਕਸਰ ਅਦਾਲਤਾਂ ਜਿਹੜੀਆਂ ਜੀ ਉਹ ਇਹ ਕਰ ਜਾਂਦੀਆਂ ਨੇ ਕਿ ਇਹਦੇ ਨਾਲ ਲੋਕਾਂ ਦੇ ਵਿੱਚ ਕਿਤੇ ਅਫਰਾ ਤਫਰੀ ਜਿਹੜੀ ਉਹ ਨਾ ਫੈਲ ਜਾਵੇ, ਕਿਤੇ ਜਿਹੜਾ ਜੀ ਮਾਰ ਮਰਾਈ ਨਾ ਸ਼ੁਰੂ ਹੋ ਜੇ। ਪਰ ਅਦਾਲਤ ਜਿਹੜੀ ਸੀ ਉਹ ਸਖਤ ਰਹੀ। ਜਿਵੇਂ ਇਹਨੂੰ ਫੜ ਕੇ ਲਿਆਂਦਾ, ਡੇਰਾਵਾਦ ਦੇ ਉੱਤੇ ਇੱਕ ਵੱਡੀ ਬਹਿਸ ਜਿਹੜੀ ਹੈ ਜੀ ਉਹ ਛਿੜ ਪਈ ਹੈ, ਜਿਹੜੀ ਕਿ ਲੰਮਾ ਸਮਾਂ ਪਹਿਲਾਂ ਛਿੜਨੀ ਚਾਹੀਦੀ ਸੀ। ਇਹ ਡੇਰੇ ਜਿਹੜੇ ਨੇ ਇਸ ਵੇਲੇ ਜਿੰਨੇ ਸਟਰੋਂਗ ਹੋ ਗਏ ਨੇ, ਉਸ ਹਿਸਾਬ ਦੇ ਨਾਲ ਇਹ ਬਹਿਸ ਕਈ ਸਾਲ ਪਹਿਲਾਂ ਛਿੜਨੀ ਚਾਹੀਦੀ ਸੀ। ਫਿਰ ਵੀ ਹੁਣ ਜਿਹੜੀ ਉਹ ਛਿੜ ਪਈ ਹੈ ਤਾਂ ਵੀ ਇੰਨੀ ਮਾੜੀ ਗੱਲ ਨਹੀਂ। ਨੈਸ਼ਨਲ ਚੈਨਲਾਂ ਦੇ ਉੱਤੇ ਲਗਾਤਾਰ ਇਹਦੇ ਉੱਤੇ ਜਿਹੜੀ ਹੈ ਜੀ ਗੱਲਬਾਤ ਹੋ ਰਹੀ ਹੈ ਕਿ ਬਾਬਾਗਿਰੀ ਜਿਹੜੀ ਆ ਉਹ ਕੇਸ ਲੈਵਲ ਤੱਕ ਪਹੁੰਚ ਗਈ ਹੋਈ ਆ। ਆਮ ਲੋਕਾਂ ਨੂੰ ਇਹਦਾ ਕੀ ਫਾਇਦਾ ਜੀ? ਕੁਝ ਵੀ ਨਹੀਂ ਫਾਇਦਾ। ਹਾਂ, ਇੰਨਾ ਹੈ ਕਿ ਗਰੀਬੀ ਜਿਹੜੀ ਹੈ ਜੀ ਉਹ ਇਹਨਾਂ ਡੇਰਿਆਂ ਵੱਲ ਨੂੰ ਲੋਕਾਂ ਨੂੰ ਜਿਹੜਾ ਧੱਕਦੀ ਹੈ। ਜਿਹੜਾ ਗਰੀਬ ਬੰਦਾ ਉਹ ਇਲਾਜ ਕਰਾਉਣ ਦੀ ਬਜਾਏ ਫਾਂਡਾ ਕਰਾਉਣ ਨੂੰ ਪਹਿਲ ਦਿੰਦਾ ਜੀ ਕਿ ਮੈਂ ਉਹ ਪੇੜਾ ਕਰਾ ਕੇ ਸ਼ਾਇਦ ਮੇਰੀ ਜਿਹੜੀ ਬਿਮਾਰੀ ਹੈ ਉਹਦਾ ਇਲਾਜ ਹੋ ਸਕਦਾ। ਬਸ ਇੱਥੋਂ ਹੀ ਜਿਹੜੇ ਲੋਕ ਨੇ ਉਹ ਖਿੱਚੇ ਜਾਂਦੇ ਨੇ ਇਹਨਾਂ ਡੇਰਿਆਂ ਵੱਲ ਨੂੰ। ਦੂਜਾ ਜਿਹੜਾ ਜੀ, ਜਿਹੜੇ ਦੱਬੇ ਕੁਚਲੇ ਲੋਕ ਨੇ ਨਾ ਜੀ, ਜਿਵੇਂ ਧਾਰਮਿਕ ਸਥਾਨਾਂ ਤੋਂ ਕਿਸੇ ਟਾਈਮ ਉਹਨਾਂ ਨੂੰ ਮੰਦਿਰਾਂ ਦੇ ਵਿੱਚ ਵੜਨ ਦੇ ਉੱਤੇ ਪਾਬੰਦੀ ਹੁੰਦੀ ਸੀ, ਅੱਜ ਵੀ ਹੈਗੀ ਆ ਬਹੁਤ ਸਾਰਿਆਂ ਦੇ ਉੱਤੇ। ਉਸੇ ਤਰੀਕੇ ਦੇ ਨਾਲ ਗੁਰਦੁਆਰਾ ਸਾਹਿਬਾਨ ਜਿਹੜੇ ਨੇ ਜੀ ਉੱਥੇ ਵੀ ਉਹਨਾਂ ਨੂੰ ਜਿਵੇਂ ਸਾਈਡ ਲਾਈਨ ਕਰ ਦਿੱਤਾ ਜਾਂਦਾ, ਨਹੀਂ ਸਾਈਡ ਤੇ ਧੱਕ ਦਿੱਤਾ ਜਾਂਦਾ, ਤੇ ਇਸੇ ਚੀਜ਼ ਦਾ ਫਾਇਦਾ ਇਹ ਡੇਰੇ ਲੈਂਦੇ ਨੇ ਜੀ। ਇਹ ਉਹਨਾਂ ਨੂੰ ਬਾਹਾਂ ਵਿਛਾ ਕੇ ਅੱਗੋਂ ਜਿਹੜਾ ਜੀ ਬੁਲਾਉਂਦੇ ਨੇ ਤੇ ਬਸ ਉਹੀ ਭੀੜਾਂ ਅੱਗੋਂ ਵਧਾਉਂਦੇ ਨੇ ਇਹਨਾਂ ਦੀਆਂ। ਇੱਕ ਵਾਰੀ ਭੀੜਾਂ ਵੱਧ ਗਈਆਂ ਤੇ ਫਿਰ ਤਾਂ ਭੇਡਾਂ ਬੱਕਰੀਆਂ ਇਹਨਾਂ ਵੇਖ ਕੇ ਮਗਰ ਤੁਰੇ ਜਾਂਦੇ। ਹਾਂ ਜੀ, ਬਿਲਕੁਲ। ਤੇ ਅੱਗੇ ਗੱਲ ਕਰੀਏ, ਜਿਸ ਤਰ੍ਹਾਂ ਆਪਾਂ ਖਬਰਾਂ ਪੜ੍ਹਦੇ ਹੀ ਆ ਕਿ ਪੰਜਾਬ ਤੇ ਹਰਿਆਣਾ ਦੇ ਹਾਈ ਕੋਰਟ ਬੜੀਆਂ ਚਿੰਤਤ ਨੇ ਜੀ ਇਹਨਾਂ ਡੇਰਿਆਂ ਦੇ ਵਿੱਚੋਂ ਜਿਸ ਤਰ੍ਹਾਂ ਹਥਿਆਰ ਮਿਲ ਰਹੇ ਨੇ। ਸਰਕਾਰਾਂ ਅਜੇ ਨਹੀਂ ਚਿੰਤਤ ਹੋਈਆਂ ਜੀ, ਹਾਈ ਕੋਰਟ ਚਿੰਤਤ ਹੋ ਗਈ। ਸਰਕਾਰਾਂ ਦੇ ਮਾਮਲਾ ਤਾਂ ਇਹ ਹੈ ਜੀ ਕਿ ਜਿਹੜੀਆਂ ਸਿਆਸੀ ਪਾਰਟੀਆਂ ਨੇ, ਉਹ ਚਾਹੇ ਕੋਈ ਵੀ ਹੈ, ਅਕਾਲੀ ਦਲ ਦਾ ਇੱਕ ਸਿੰਗਲ ਬਿਆਨ ਵੀ ਇਹਦੇ ਉੱਤੇ ਜਿਹੜਾ ਨਹੀਂ ਆਇਆ ਜੀ। ਮੂੰਹ ਸੜ ਜਾਏ ਜੇ ਇਹਨਾਂ ਨੇ ਕੋਈ ਬਿਆਨ ਦਿੱਤਾ ਹੋਵੇ ਡੇਰਿਆਂ ਦੇ ਬਾਰੇ ਦੇ ਵਿੱਚ। ਦੇਣਗੇ ਕਿਵੇਂ? ਕਿਉਂਕਿ ਉਹਨਾਂ ਦੀਆਂ ਵੋਟਾਂ ਦੇ ਉੱਤੇ ਨਿਰਭਰ ਨੇ। ਬੀਜੇਪੀ ਵਾਲੇ ਜਿਹੜੇ ਨੇ ਉਹ ਆਪਣਾ ਪੱਖ ਜਿਹੜਾ ਉਹ ਦੱਸੀ ਜਾਂਦੇ ਨੇ। ਜਦੋਂ ਉਹਨਾਂ ਨੂੰ, ਕਿਉਂਕਿ ਇੱਕ ਗੱਲ ਜਿਹੜੀ ਵੱਡੇ ਪੱਧਰ ਦੇ ਉੱਤੇ ਚੱਲ ਰਹੀ ਹੈ ਕਿ ਸਰਸੇ ਵਾਲੇ ਡੇਰੇ ਦੇ ਬਾਰੇ ਦੇ ਵਿੱਚ ਵਾਹਵਾ ਚਰਚਾ ਜਿਹੜਾ ਤਕੜਾ ਹੋ ਰਿਹਾ। ਬੀਜੇਪੀ ਵਾਲੇ ਜਿਹੜੇ ਨੇ, ਜਦੋਂ ਉਹਨਾਂ ਨੂੰ ਕਿਹਾ ਗਿਆ ਜੀ ਕਿ ਤੁਸੀਂ ਤਾਂ ਉੱਥੇ ਡੇਰੇ ਤੇ ਜਾ ਕੇ ਆਏ ਹੋ, ਉੱਥੇ ਵੋਟਾਂ ਮੰਗ ਕੇ ਆਏ ਹੋ, ਮੁੜ ਕੇ ਧੰਨਵਾਦ ਕਰਨ ਲਈ ਸਾਰੇ ਮਿਨਿਸਟਰ ਉੱਥੇ ਲੈ ਕੇ ਚਲੇ ਗਏ, ਉਹਦੇ ਮੂਹਰੇ ਡੰਡੌਤ ਕਰਦੇ ਫਿਰਦੇ ਹੋ, ਤਾਂ ਬੀਜੇਪੀ ਜਿਹੜੀ ਹੈ ਜੀ ਉਹ ਖਚਰੇਪਣ ਦੇ ਨਾਲ ਅੱਗੋਂ ਕਹਿੰਦੀ ਆ ਅਸੀਂ ਇਕੱਲੇ ਥੋੜੀ ਜਾਂਦੇ ਆ, ਕਾਂਗਰਸ ਵਾਲੇ ਵੀ ਜਾਂਦੇ ਆ, ਕੈਪਟਨ ਅਮਰਿੰਦਰ ਸਿੰਘ ਜਾਂਦਾ ਰਿਹਾ, ਅਕਾਲੀ ਦਲ ਵਾਲੇ ਵੀ ਜਾਂਦੇ ਨੇ। ਉਹ ਭਾਵ ਕਿ ਉਹ ਇਹ ਗੱਲ ਮੰਨਣ ਦੇ ਵਾਸਤੇ, ਐਕਸੈਪਟ ਕਰਨ ਵਾਸਤੇ ਤਿਆਰ ਨਹੀਂ ਹੈ ਕਿ ਉਹ ਗਲਤੀਆਂ ਕਰ ਰਹੇ ਨੇ। ਉਹ ਦੂਜੀਆਂ ਪਾਰਟੀਆਂ ਦੀ ਵੀ ਗੱਲ ਕਰਨ ਲੱਗ ਜਾਂਦੇ ਨੇ ਕਿ ਫਲਾਨੀ ਪਾਰਟੀ ਵੀ ਜਾਂਦੀ ਹੈ, ਇਸ ਕਰਕੇ ਜਿਹੜਾ ਉਹ ਅਸੀਂ ਵੀ ਜਾਂਦੇ ਹਾਂ। ਪੰਜਾਬ ਹਰਿਆਣਾ ਹਾਈ ਕੋਰਟ ਨੇ ਵੱਡੀ ਫਿਕਰਮੰਦੀ ਜਿਹੜੀ ਹੈ ਜ਼ਾਹਰ ਕੀਤੀ ਹੈ ਕਿ ਇੱਕ ਤਾਂ ਇਹ ਡੇਰੇ ਇਸ ਇਹਦੇ ਵੱਡੇ ਹੋ ਗਏ ਨੇ, ਦੂਸਰੀ ਜਿਹੜੀ ਫਿਕਰਮੰਦੀ ਉਹਨਾਂ ਨੇ ਜ਼ਾਹਰ ਇਹ ਕੀਤੀ ਹੈ ਕਿ ਇਹਨਾਂ ਡੇਰਿਆਂ ਦੇ ਵਿੱਚ ਨਜਾਇਜ਼ ਹਥਿਆਰ ਜਿਹੜੇ ਨੇ ਉਹ ਵੱਡੀ ਗਿਣਤੀ ਦੇ ਵਿੱਚ ਇਕੱਠੇ ਹੋ ਗਏ ਨੇ। ਹੁਣ ਪੰਜਾਬ ਹਰਿਆਣਾ ਹਾਈ ਕੋਰਟ ਨੇ ਦੋਵਾਂ ਸੂਬਿਆਂ ਦੀ ਪੁਲਿਸ ਜਿਹੜੀ ਆ ਉਹਨੂੰ ਇਹ ਹੁਕਮ ਦਿੱਤੇ ਨੇ ਕਿ ਇਹਨਾਂ ਸਾਰਿਆਂ ਡੇਰਿਆਂ ਦੀ ਜਿਹੜੀ ਆ ਉਹ ਜਾਂਚ ਕਰੋ ਤੇ ਪੂਰੀ ਡਿਟੇਲ ਜਿਹੜੀ ਲਿਆ ਕੇ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਸਬਮਿਟ ਕਰੋ, ਕਿਹੜੇ ਡੇਰੇ ਦੇ ਕੋਲੇ ਕਿੰਨੇ ਹਥਿਆਰ ਨੇ ਤੇ ਉਹਦੇ ਅੰਦਰ ਜਿਹੜੀਆਂ ਡੇਰਿਆਂ ਦੇ ਕਾਰਵਾਈਆਂ ਕੀ ਹੋ ਰਹੀਆਂ ਨੇ। ਦੇਰ ਦੇ ਨਾਲ ਚੁੱਕਿਆ ਗਿਆ ਇਹ ਸਹੀ ਕਦਮ ਹੈ ਪੰਜਾਬ ਹਰਿਆਣਾ ਹਾਈ ਕੋਰਟ ਦਾ। ਪਰ ਦੇਖਦੇ ਹਾਂ ਜੀ, ਜਿਹੜੀਆਂ ਰਾਜਨੀਤਿਕ ਪਾਰਟੀਆਂ ਬੋਲ ਹੀ ਨਹੀਂ ਰਹੀਆਂ ਇਹਨਾਂ ਡੇਰਿਆਂ ਦੇ ਖਿਲਾਫ, ਕੀ ਉਹ ਆਪਣੇ ਸੂਬੇ ਦੀ ਪੁਲਿਸ ਜਿਹੜੀ ਹੈ ਜੀ ਉਹਨੂੰ ਇਸ ਚੀਜ਼ ਦੀ ਪਰਮਿਸ਼ਨ ਜਿਹੜੀ ਉਹ ਦੇਣਗੀਆਂ? ਪਰ ਕਿਉਂਕਿ ਮਾਮਲਾ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿਚਾਰ ਅਧੀਨ ਹੈ, ਕਰਾਉਣੀ ਤਾਂ ਉਹਨਾਂ ਨੂੰ ਪੈਣੀ ਹੈ ਜੀ। ਪਰ ਇਹ ਕਿਹੋ ਜੀ ਹੋਊਗੀ ਜਾਂਚ, ਇਹਦੇ ਵਾਸਤੇ ਇੰਤਜ਼ਾਰ ਕਰਨਾ ਪਊਗਾ ਜੀ। ਜੀ, ਅਤੇ ਅੱਗੇ ਗੱਲ ਕਰੀਏ ਜੀ, ਰਣਜੀਤ ਸਿਨਹਾ ਜਿਹੜੇ CBI ਦੇ ਮੁਖੀ ਆ, ਉਹਨਾਂ ਨੂੰ ਵੀ ਸੁਪਰੀਮ ਕੋਰਟ ਵੱਲੋਂ ਵੱਡਾ ਝਟਕਾ ਲੱਗਾ। ਇਹ ਨਾ ਜੀ ਜਿਹੜਾ ਮਾਮਲਾ ਇਸ ਵੇਲੇ ਚੱਲ ਰਿਹਾ 2G ਸਪੈਕਟਰਮ ਵਾਲਾ, ਇਹ ਉਹਦੇ ਨਾਲ ਜੁੜਿਆ ਹੋਇਆ ਹੈ ਜੀ ਇਹ ਸਾਰਾ ਮਾਮਲਾ। ਪ੍ਰਸ਼ਾਂਤ ਭੂਸ਼ਣ ਹੋਰਾਂ ਨੇ ਇੱਕ
ਪਟੀਸ਼ਨ ਜਿਹੜੀ ਦਾਇਰ ਕੀਤੀ ਸੀਗੀ ਸੁਪਰੀਮ ਕੋਰਟ ਦੇ ਵਿੱਚ, ਜਿਹਦੇ 'ਚ ਉਹਨਾਂ ਨੇ ਲਿਫਾਫਾ ਬੰਦ ਇੱਕ ਰਿਪੋਰਟ ਜਿਹੜੀ ਸੀ ਉਹ ਸੁਪਰੀਮ ਕੋਰਟ ਨੂੰ ਦਿੱਤੀ ਸੀਗੀ। ਔਰ ਇਹਦੇ ਵਿੱਚ ਉਹਨਾਂ ਨੇ ਇਹ ਗੱਲ ਆਖੀ ਸੀਗੀ ਕਿ 2010 ਤੋਂ ਟੈਲੀਕਾਮ ਘਪਲੇ ਦੇ ਵਿੱਚ CBI ਜਿਹੜੀ ਜਾਂਚ ਦੇ ਉੱਤੇ ਨਜ਼ਰ ਰੱਖ ਰਹੀ ਸੀ। ਉਹਨੇ ਇਹ ਕਿਹਾ ਕਿ 2008 ਦੇ ਵਿੱਚ ਦੂਰ ਸੰਚਾਰ ਮੰਤਰੀ ਰਾਜਾ ਨੇ ਫਰਮਾਂ ਤੋਂ ਵੱਡੀਆਂ ਰਕਮਾਂ ਲੈ ਕੇ ਬਿਨਾਂ ਵਾਰੀ ਤੋਂ ਮੋਬਾਈਲ ਨੈਟਵਰਕ ਲਾਇਸੈਂਸ ਜਿਹੜੇ ਉਹ ਦੇ ਦਿੱਤੇ ਸੀਗੇ ਜੀ। ਔਰ ਉਹਨੇ ਇਹ ਕਿਹਾ ਸੀਗਾ ਕਿ ਇਹ CBI ਦਾ ਜਿਹੜਾ ਮੁਖੀ ਹੈ ਉਹਦੇ ਤੱਕ ਅਪਰੋਚ ਕੀਤੀ ਸੀਗੀ ਇਹਨਾਂ ਜਿਹੜੇ ਮਿਨਿਸਟਰਾਂ ਨੇ, ਤੇ ਇਸ ਕਰਕੇ ਇਹਨੂੰ ਜਿਹੜਾ ਜੀ ਵਕ ਕਰਨਾ ਚਾਹੀਦਾ, ਕਿਉਂਕਿ ਇਹਦੇ ਵਿੱਚ ਪੈਸੇ ਦਾ ਲੈਣ ਦੇਣ ਕਿਤੇ ਨਾ ਕਿਤੇ ਹੋਇਆ। ਪਹਿਲਾਂ ਜਿਹੜੀ ਸੁਪਰੀਮ ਕੋਰਟ ਸੀਗੀ ਉਹ ਪ੍ਰਸ਼ਾਂਤ ਭੂਸ਼ਣ ਨੂੰ ਦੱਸਦੀ ਰਹੀ ਕਿ ਦੱਸੋ ਉਸ ਆਫੀਸਰ ਦਾ ਨਾਮ ਜਿਹਨੇ ਦੇਖਿਆ ਸੀਗਾ ਕਿ ਰਣਜੀਤ ਸਿੰਘਾਂ ਦੇ ਕੋਲੇ ਕਿਹੜੇ ਜਿਹੜੇ ਮੰਤਰੀ ਜਾਂ ਸਾਬਕਾ ਮੰਤਰੀ ਜਿਹੜੇ ਉਹ ਜਾ ਕੇ ਆਏ ਸੀਗੇ। ਪਰ ਜਿਹੜੇ ਪ੍ਰਸ਼ਾਂਤ ਭੂਸ਼ਣ ਸੀ ਉਹ ਆਪਣੀ ਇਸ ਗੱਲ ਦੇ ਉੱਤੇ ਅੜੇ ਰਹੇ ਕਿ ਜੇ ਇਸ ਵਿਸਲ ਬਲੋਅਰ ਜਿਹੜਾ ਆਫੀਸਰ ਆ ਉਹਦਾ ਨਾਮ ਦੱਸ ਦਿੱਤਾ ਅਦਾਲਤ ਨੂੰ, ਨਾ ਕਿਹਾ ਮੈਨੂੰ ਦੱਸਣ 'ਚ ਕੋਈ ਤਕਲੀਫ ਨਹੀਂ, ਪਰ ਇਸ ਆਫੀਸਰ ਦੇ ਵਾਸਤੇ ਮੁਸੀਬਤਾਂ ਜਿਹੜੀਆਂ ਵੱਧ ਸਕਦੀਆਂ ਨੇ। ਸੁਪਰੀਮ ਕੋਰਟ ਨੇ ਇਹ ਤਾਂ ਗੱਲ ਮੰਨ ਲਈ ਕਿ ਠੀਕ ਹੈ ਉਹਦਾ ਨਾਮ ਜਿਹੜਾ ਉਹ ਨਾ ਦੱਸੋ, ਪਰ ਜਿਹੜੇ ਲਿਫਾਫੇ ਦੇ ਵਿੱਚ ਜਾਣਕਾਰੀਆਂ ਕੁਝ ਦਿੱਤੀਆਂ ਨੇ ਅਦਾਲਤ ਨੂੰ ਪ੍ਰਸ਼ਾਂਤ ਭੂਸ਼ਣ ਨੇ, ਉਹਨਾਂ ਨੂੰ ਐਕਸੈਪਟ ਕਰ ਲਿਆ ਗਿਆ। CBI ਨੇ CBI ਦੇ ਜਿਹੜੇ ਮੁਖੀ ਨੇ ਰਣਜੀਤ ਸਿੰਘ ਆ, ਉਹਨੂੰ ਜਿਹੜੀ ਸੁਪਰੀਮ ਕੋਰਟ ਹੈ ਜੀ ਉਹਨੇ ਲਾਂਭੇ ਕਰਤਾ 2G ਸਪੈਕਟਰਮ ਵਾਲੀ ਜਾਂਚ ਤੋਂ, ਔਰ ਇਹ ਕਿਹਾ ਕਿ ਇਸ ਅਹੁਦੇ ਦੇ ਉੱਤੇ ਰਹਿਣ ਦੇ ਉਹ ਕਾਬਲ ਨਹੀਂ ਗਏ। ਸੁਪਰੀਮ ਕੋਰਟ ਨੇ ਇੰਨੀ ਸਖਤ ਟਿੱਪਣੀ ਜਿਹੜੀ ਹੈ ਜੀ ਇਸ ਮਾਮਲੇ ਉੱਤੇ ਕੀਤੀ ਹੈ। ਹੁਣ ਰਣਜੀਤ ਸਿੰਘਾਂ ਇਸ ਜਾਂਚ ਤੋਂ ਜਿਹੜਾ ਜੀ ਉਹ ਪਾਸੇ ਹੋ ਜਾਣਗੇ, ਪਰ ਲੱਗਦਾ ਜੀ ਕਿ ਰਣਜੀਤ ਸਿੰਘਾਂ ਦੇ ਜਾਣ ਦਾ ਸਮਾਂ ਆ ਗਿਆ, ਜਿੰਨੀ ਸਖਤ ਟਿੱਪਣੀ ਜਿਹੜੀ ਹੈ ਜੀ ਸੁਪਰੀਮ ਕੋਰਟ ਨੇ ਇਸ ਮਾਮਲੇ ਤੇ ਕੀਤੀ ਹੈ। ਗੱਲ ਇੱਕ 2G ਸਪੈਕਟਰਮ ਦੇ ਨਾਲ ਜੁੜੇ ਹੋਣ ਦੀ ਨਹੀਂ ਹੈ, ਗੱਲ ਬਾਕੀ ਜਿਹੜੀਆਂ ਜਾਂਚ ਨੇ ਉਹ ਵੀ ਪ੍ਰਭਾਵਿਤ ਕਿਤੇ ਨਾ ਕਿਤੇ ਹੋਈਆਂ ਹੋਣਗੀਆਂ, ਤੇ ਹੋ ਸਕਦਾ ਜੀ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀ CBI ਦਾ ਮੁਖੀ ਹੈ ਉਹ ਬਦਲਿਆ ਜਾਵੇ ਸੁਪਰੀਮ ਕੋਰਟ ਦੇ ਇਸ ਫੈਸਲੇ ਤੋਂ ਬਾਅਦ। ਜੀ ਤੇ ਅੱਗੇ ਆਪਾਂ ਆਈਏ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਜਿਸ ਤਰ੍ਹਾਂ ਟਾਈਮ ਤੇ ਜਿਹੜੀਆਂ ਆਪਣੀਆਂ ਮੰਗਾਂ ਆ ਮਨਵਾਉਣ ਲਈ ਜਿਹੜੇ ਸਟੂਡੈਂਟ ਆ ਉਹ ਐਜੀਟੇਸ਼ਨ ਕਰਦੇ ਆ, ਉਹਨਾਂ ਦੇ ਮੁਜ਼ਾਹਰੇ ਹੁੰਦੇ ਆ, ਮੰਗਾਂ ਮਨਵਾਉਂਦੇ ਆ, ਪਰ ਹੁਣ ਉੱਥੇ ਜਿਹੜੇ ਵਿਦਿਆਰਥੀਆਂ ਤੇ ਪੁਲਿਸ ਦੇ ਵਿਚਾਲੇ ਜਿਹੜੀਆਂ ਹਿੰਸਕ ਝੜਪਾਂ ਹੋਈਆਂ, ਕਿਸ ਤਰ੍ਹਾਂ ਦਾ ਮਾਹੌਲ ਜਿਹੜਾ ਕ੍ਰੀਏਟ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ? ਮਾਹੌਲ ਬੜਾ ਟੈਂਸ ਵਾਲਾ ਬਣਿਆ ਹੋਇਆ ਜੀ। ਪੰਜਾਬੀ ਯੂਨੀਵਰਸਿਟੀ ਪੁਲਿਸ ਛਾਉਣੀ ਜਿਹੜੀ ਆ ਉਹ ਇੱਕ ਕਿਸਮ ਦੇ ਨਾਲ ਬਣੀ ਹੋਈ ਆ। ਮੰਗਾਂ ਜੀ ਮੰਗਾਂ ਹੁੰਦੀਆਂ ਵੀ ਨੇ ਸਟੂਡੈਂਟ ਦੀਆਂ ਜੀ। ਜਦੋਂ ਐਜੂਕੇਸ਼ਨ ਜਿਹੜੀਆਂ ਪ੍ਰਾਈਵੇਟ ਦੁਕਾਨਾਂ ਇੰਨੀਆਂ ਖੋਲ੍ਹ ਦਿੱਤੀਆਂ ਗਈਆਂ ਨੇ ਜੀ, ਉਹਨਾਂ ਦੀਆਂ ਜਿਹੜੀਆਂ ਦੁਕਾਨਾਂ ਨੇ ਨਾ ਉਹਨਾਂ ਨੂੰ ਚਲਾਉਣ ਦੇ ਵਾਸਤੇ ਜਿਹੜੀਆਂ ਇਹ ਯੂਨੀਵਰਸਿਟੀਜ਼ ਨੇ ਜਿੱਥੇ ਆਮ ਬੱਚੇ ਜਿਹੜੇ ਪੜ੍ਹਦੇ ਨੇ, ਆਮ ਨੌਜਵਾਨ ਪੜ੍ਹਦੇ ਨੇ, ਉੱਥੇ ਫਿਰ ਸ਼ਿਕੰਜਾ ਜਿਹੜਾ ਟਾਈਟ ਕੀਤਾ ਜਾਂਦਾ ਤਾਂ ਕਿ ਇਹ ਨਾ ਸਰਦੇ ਨੂੰ ਉਹਨਾਂ ਯੂਨੀਵਰਸਿਟੀਜ਼ ਵੱਲ ਨੂੰ ਜਾਣ ਜਿਹੜੇ ਕਿ ਵੱਡੇ ਫੰਡ ਜਿਹੜੇ ਆ ਉਹ ਇਹਨਾਂ ਸਿਆਸੀ ਪਾਰਟੀਆਂ ਨੂੰ ਦਿੰਦੇ ਨੇ। ਮੰਗਾਂ ਉਹਨਾਂ ਦੀਆਂ ਬਹੁਤ ਵੱਡੀਆਂ ਨਹੀਂ ਸਨ। ਮੰਗਾਂ ਜਿਹੜੀਆਂ ਮੰਗਣ ਤੇ ਕੰਢੇ ਸੀਗਾ ਕੰਮ ਸਾਰਾ ਜੀ, ਸਮਝੌਤਾ ਜਿਹੜਾ ਹੋ ਸਕਦਾ ਸੀਗਾ ਛੋਟੀਆਂ ਮੋਟੀਆਂ ਗੱਲਾਂ ਦੇ ਉੱਤੇ, ਪਰ ਯੂਨੀਵਰਸਿਟੀ ਦੇ ਅਧਿਕਾਰੀਆਂ ਨੇ ਪੁਲਿਸ ਜਿਹੜੀ ਉਹ ਸੱਦ ਲਈ। DSP ਜਿਹੜੇ ਧਾਲੀਵਾਲ ਨੇ ਉਹਨਾਂ ਦੀ ਅਗਵਾਈ ਦੇ ਵਿੱਚ ਇਹ ਪੁਲਿਸ ਜਿਹੜੀ ਸੀ ਉਹ ਗਈ ਪੰਜਾਬੀ ਯੂਨੀਵਰਸਿਟੀ ਦੇ ਵਿੱਚ। ਉੱਥੇ ਪੁਲਿਸ ਨੇ ਫਿਰ ਆਪਣਾ ਜਿਹੜਾ ਜੀ ਰੋਬ ਜਿਹੜਾ ਝਾੜਦੀ ਹੁੰਦੀ ਉਹ ਝਾੜਨਾ ਸ਼ੁਰੂ ਕਰਤਾ। ਅੱਗੋਂ ਵੀ ਜਿਹੜਾ ਉਹ ਤੱਤਾ ਖੂਨ ਹੈ, ਯੰਗ ਖੂਨ ਹੈ, ਸੋ ਉਹ ਵੀ ਜਿਹੜਾ ਸੀਗਾ ਉਹ ਭੜਕ ਪਿਆ। ਗੱਲ ਤੂੰ ਮੈਂ ਤੋਂ ਜਿਹੜੀ ਸੀਗੀ ਉਹ ਧੱਕੇ ਮੁੱਕੀ ਤੇ ਆ ਗਈ। ਇਸ ਧੱਕੇ ਮੁੱਕੀ ਦੇ ਵਿੱਚ DSP ਧਾਲੀਵਾਲ ਦੀ ਪੱਗ ਲੈ ਗਈ। ਉਸ ਤੋਂ ਬਾਅਦ ਪੁਲਿਸ ਜਿਹੜੀ ਸੀ ਉਹ ਬੇਕਾਬੂ ਹੋ ਗਈ। ਪੁਲਿਸ ਨੇ ਡੰਡਿਆਂ ਦੇ ਨਾਲ ਛੱਲੀਆਂ ਵਾਂਗੂ ਮੁੰਡੇ ਕੁੜੀਆਂ ਜਿਹੜੇ ਸੀਗੇ ਉਹਨਾਂ ਮੁੰਡੇ ਕੁੜੀਆਂ ਜਿਹੜੇ ਉਹ ਸਖਤ ਜ਼ਖਮੀ ਹਾਲਾਤ ਦੇ ਵਿੱਚ ਵੱਖ-ਵੱਖ ਹਸਪਤਾਲਾਂ ਦੇ ਵਿੱਚ ਜਿਹੜੇ ਸੱਟਾਂ ਦੇ ਨਾਲ ਤੜਪ ਰਹੇ ਨੇ। ਜਿਹੜੇ ਸਟੂਡੈਂਟ ਨੇ ਉਹਨਾਂ ਨੇ ਵੀ ਗਲਤੀ ਕੀਤੀ, ਉਹਨਾਂ ਨੇ ਇੱਟਾਂ ਵੱਟੇ ਜਿਹੜੇ ਆ ਉਹ ਪੁਲਿਸ ਦੇ ਉੱਤੇ ਮਾਰੇ ਇਸ ਡੰਡਾ ਚਾਰਜ ਤੋਂ ਬਚਣ ਦੇ ਵਾਸਤੇ। ਔਰ ਇਹਨਾਂ ਦੇ ਨਾਲ ਜਿਹੜੇ ਜੀ ਅੱਧੀ ਦਰਜਨ ਦੇ ਕਰੀਬ ਪੁਲਿਸ ਵਾਲੇ ਜਿਹੜੇ ਉਹ ਜ਼ਖਮੀ ਹੋਏ। ਇੱਕ ਪੁਲਿਸ ਵਾਲਾ ਜਿਹੜਾ ਜੀ ਉਹ ਜ਼ਿਆਦਾ ਜ਼ਖਮੀ ਹੋਇਆ, ਉਹਦੇ 10 ਦੇ ਕਰੀਬ ਟਾਂਕੇ ਜਿਹੜੇ ਨੇ ਉਹ ਲੱਗੇ ਨੇ। ਉਸ ਤੋਂ ਬਾਅਦ ਹਾਲਾਤ ਜਿਹੜੇ ਸੀ ਇੰਨੇ ਮਾੜੇ ਹੋ ਗਏ ਕਿ ਯੂਨੀਵਰਸਿਟੀ ਵਿੱਚ ਪੜ੍ਹਦੇ ਜਿੰਨੇ ਸਟੂਡੈਂਟ ਨੇ ਜੀ ਸਾਰੇ ਦੇ ਸਾਰੇ ਗੇਟ ਦੇ ਉੱਤੇ ਆ ਗਏ, ਤੇ ਇੱਕ ਜਿਹੜਾ ਸੀਗਾ ਜੀ ਮਾਹੌਲ ਇਹੋ ਜਿਹਾ ਬਣ ਗਿਆ ਕਿ ਕਿਸੇ ਟਾਈਮ ਵੀ ਵਿਸਫੋਟਕ ਸਥਿਤੀ ਹੋ ਸਕਦੀ ਸੀ। ਪਰ ਇਹਨੂੰ ਸੰਭਾਲਿਆ ਜਾ ਕੇ ਜੀ ਜਿਹੜੇ SSP ਨੇ ਹਰਦਿਆਲ ਸਿੰਘ ਮਾਨ ਹੋਰੀ, ਉਹਨਾਂ ਨੇ ਸਪੀਕਰ ਦੇ ਉੱਤੇ ਜਾ ਕੇ ਜਿਹੜਾ ਜੀ ਇਹ ਕਿਹਾ ਕਿ ਮੈਂ ਤੁਹਾਡੇ ਨਾਲ ਆ ਕੇ ਗੱਲ ਜਿਹੜਾ ਇਕੱਲਾ ਕਰੂੰਗਾ, ਕੋਈ ਹੋਰ ਨਹੀਂ ਆਊਗਾ। ਜਿਹੜੀਆਂ ਇੱਟਾਂ ਵੱਟੇ ਇਕੱਠੇ ਕਰੇ ਬੈਠੇ ਜਿਹੜੇ ਸਟੂਡੈਂਟ ਸੀਗੇ ਉਹ ਉਹਨਾਂ ਵੱਲ ਨੂੰ ਸਿੱਧੇ ਇਕੱਲੇ ਹੀ ਚਲੇ ਗਏ ਬਿਨਾਂ ਆਪਣੇ ਕਿਸੇ ਸਿਕਿਉਰਿਟੀ ਗਾਰਡ ਤੋਂ। ਸ਼ਾਇਦ ਇਸ ਚੀਜ਼ ਨੇ ਥੋੜਾ ਜਿਹਾ ਜਿਹੜਾ ਸੀਗਾ ਜੀ ਠੰਡਿਆਂ ਕੀਤਾ
ਜਿਹੜੇ ਇੱਥੇ ਸਟੂਡੈਂਟ ਸੀਗੇ ਉਹਨਾਂ ਨੂੰ, ਤੇ ਉਹਨਾਂ ਦੇ ਜਾਣ ਕਰਕੇ ਇਹ ਥੋੜਾ ਮਾਹੌਲ ਜਿਹੜਾ ਜੀ ਕਾਬੂ ਦੇ ਵਿੱਚ ਆਇਆ। ਪਰ ਕਾਬੂ ਦੇ ਵਿੱਚ ਟੈਂਪਰੇਰੀ ਜਿਹੜਾ ਆਇਆ ਜੀ, ਉਹ ਗੱਲਬਾਤ ਕਰਦੇ ਰਹੇ, ਪਰ ਗੱਲਬਾਤ ਕਿਸੇ ਸਿਰੇ ਜਿਹੜੀ ਸੀ ਉਹ ਨਹੀਂ ਚੜੀ। ਹਾਂ, ਇੰਨਾ ਜ਼ਰੂਰ ਸੀਗਾ ਕਿ ਦੋਵਾਂ ਪੁਲਿਸ ਤੇ ਸਟੂਡੈਂਟ ਦੇ ਵਿਚਾਲੇ ਜਿਹੜਾ ਝਗੜਾ ਹੋ ਰਿਹਾ ਸੀ ਉਹਨੂੰ ਉਹ ਠੱਲਣ ਦੇ ਵਿੱਚ ਥੋੜਾ ਕਾਮਯਾਬ ਰਹੇ। ਅਜੇ ਹਾਲਾਤ ਜਿਹੜੇ ਨੇ ਉਹ ਬੜੇ ਟੈਂਸ ਭਰੇ ਬੜੇ ਹੋਏ ਨੇ। ਯੂਨੀਵਰਸਿਟੀ ਬੰਦ ਕਰ ਦਿੱਤੀ ਗਈ ਆ, ਪਰ ਜਿਹੜੇ ਧਰਨੇ ਦੇ ਉੱਤੇ ਬੈਠੇ ਸਟੂਡੈਂਟ ਨੇ ਜੀ ਉਹ ਉੱਥੇ ਹੀ ਮੌਜੂਦ ਨੇ। ਅੱਜ ਪ੍ਰਕਾਸ਼ ਸਿੰਘ ਬਾਦਲ ਦੀ ਪਟਿਆਲੇ ਦੀ ਫੇਰੀ ਆ, ਤੇ ਜਿਹੜੀਆਂ ਖਬਰਾਂ ਨੇ ਉਹ ਮੁੱਖ ਪੰਨਿਆਂ ਦੇ ਉੱਤੇ ਇਸ ਵੇਲੇ ਥਾਂ ਮੱਲੀ ਬੈਠੀਆਂ ਨੇ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਖਰਾਬ ਹੋਏ ਮਾਹੌਲ ਦੀਆਂ। ਕਈ ਵਾਰੀ ਖਰਾਬ ਮਾਹੌਲ ਆਪ ਹੋ ਜਾਂਦਾ, ਕਈ ਵਾਰੀ ਕਰ ਲਿਆ ਜਾਂਦਾ ਜੀ। ਪੁਲਿਸ ਜਿਹੜੀ ਆ ਉਹਨੂੰ ਪੇਸ਼ੈਂਸ ਤੋਂ ਕੰਮ ਲੈਣਾ ਚਾਹੀਦਾ ਸੀਗਾ, ਨਹੀਂ ਲਿਆ ਗਿਆ। ਹਾਂ ਜੀ, ਬਿਲਕੁਲ। ਤੇ ਅੱਗੇ ਗੱਲ ਕਰੀਏ ਜੀ, ਇੱਕ ਭਾਜਪਾ ਵਾਲੇ ਜਿਹੜੇ ਹੁਣ ਬੰਦੀ ਸਿੰਘਾਂ ਦੀ ਰਿਹਾਈ ਦਾ ਜਿਹੜਾ ਮੁੱਦਾ ਹੈ, ਕਹਿੰਦੇ ਆਪਣੇ ਪ੍ਰਧਾਨ ਮੰਤਰੀ ਕੋਲ ਉਠਾਵਾਂਗੇ, ਤੇ ਨਾਲ ਹੀ ਉਹ ਗੁਰਬਖਸ਼ ਸਿੰਘ ਦੇ ਕੋਲ ਗੇੜੇ ਤੋਂ ਗੇੜਾ ਮਾਰ ਰਹੇ ਆ। ਦੇਖੋ, ਇਹਦੇ ਪਿੱਛੇ ਇਹਨਾਂ ਦੀ ਇਹ ਸਾਰੀ ਜੇਕਰ ਦੇਖਿਆ ਜਾਵੇ ਕਹਾਣੀ, ਤਾਂ ਇੱਕ ਤਾਂ ਜਿਹੜੀ ਹੈ ਗੁਰਬਖਸ਼ ਸਿੰਘ ਹੋਰੀ ਜਿਹੜੇ ਬੈਠੇ ਨੇ ਜੀ ਭੁੱਖ ਹੜਤਾਲ ਦੇ ਉੱਤੇ, ਉਹਨਾਂ ਦੇ ਜਿਹੜਾ ਮੁੱਦੇ ਨੂੰ ਉਹ ਭੁੱਖ ਹੜਤਾਲ ਲੈ ਕੇ ਕਰ ਰਹੇ, ਮੁੱਦਾ ਗਲਤ ਨਹੀਂ ਹੈ। ਜਿਹੜੇ ਕਿਉਂਕਿ ਜਿਨ੍ਹਾਂ ਦੀ ਕਈ ਵਾਰੀ ਗੱਲ ਕੀਤੀ ਕਿ ਕਾਨੂੰਨ ਮੁਤਾਬਕ ਜਿਨ੍ਹਾਂ ਦੀ ਸਜ਼ਾ ਪੂਰੀ ਹੋ ਚੁੱਕੀ ਹੈ, ਕਿਹੜੇ ਕਾਨੂੰਨ ਦੇ ਤਹਿਤ ਉਹਨਾਂ ਨੂੰ ਜੀ ਅਜੇ ਵੀ ਜਿਹੜਾ ਜੇਲ੍ਹਾਂ ਦੇ ਵਿੱਚ ਰੱਖਿਆ ਜਾ ਰਿਹਾ ਹੈ, ਉਹਦੇ ਵਾਸਤੇ ਕੋਈ ਵੀ ਜਿਹੜੀ ਦਲੀਲ ਹੈ ਉਹ ਸਰਕਾਰਾਂ ਦੇ ਕੋਲੇ ਹੈ ਨਹੀਂ ਗੀ। ਇਸ ਮਾਮਲੇ ਦੇ ਵਿੱਚ ਇਹ ਮਾਮਲਾ ਦੇਰ ਪਹਿਲਾਂ ਹੱਲ ਹੋ ਜਾਣਾ ਚਾਹੀਦਾ ਸੀਗਾ, ਜਦੋਂ ਗੁਰਬਖਸ਼ ਸਿੰਘ ਹੋਰੀ ਪਹਿਲਾਂ ਭੁੱਖ ਹੜਤਾਲ ਦੇ ਉੱਤੇ ਬੈਠੇ ਸਨ, ਪਰ ਉਦੋਂ ਲੋਲੋ ਪੋਪੋ ਕਰਕੇ ਉਹਨਾਂ ਨੂੰ ਜਿਹੜਾ ਉਠਾ ਲਿਆ ਗਿਆ। ਜਥੇਦਾਰ ਗੁਰਬਚਨ ਸਿੰਘ ਹੋਰੀ ਅੱਜ ਕਿਉਂ ਨਹੀਂ ਬੋਲਦੇ ਕਿ ਕੀ ਹੋਇਆ? ਉਦੋਂ ਕਹਿੰਦੇ ਸੀ ਇਹ ਜ਼ਿੰਮੇਵਾਰੀ ਮੇਰੀ ਹੋ ਗਈ। ਉਦੋਂ ਮੁੱਖ ਮੰਤਰੀ ਵੀ ਕਹੀ ਜਾਂਦੇ ਸੀਗੇ ਸਾਡੀ ਜ਼ਿੰਮੇਵਾਰੀ ਆ, ਅਸੀਂ ਛਡਾਵਾਂਗੇ। ਉਹ ਕਿਉਂ ਨਹੀਂ ਛਡਾ ਸਕੇ? ਦੂਜਾ ਪੱਖ ਜਿਹੜਾ ਇਹਦਾ ਇਹ ਆ ਕਿ ਇਹਦੇ ਉੱਤੇ ਹੁਣ ਸਿਆਸਤ ਜਿਹੜੀ ਇਹਨਾਂ ਦੀ ਉਹ ਜ਼ਿਆਦਾ ਭਾਰੂ ਹੋ ਗਈ। ਇੱਕ ਪਾਸੇ ਬੀਜੇਪੀ ਵਾਲੇ ਉਹਨਾਂ ਨੇ ਹਰਿਆਣੇ ਦੇ ਵਿੱਚ ਬਿਠਾਇਆ, ਤੋ ਲਾਹਾ ਤਾਂ ਸਿਆਸੀ ਪਾਰਟੀਆਂ ਉਹ ਤੋਂ ਲੈਣਗੀਆਂ। ਉਹ ਕਹਿੰਦੇ ਪ੍ਰਧਾਨ ਮੰਤਰੀ ਕੋਲੇ ਮੁੱਦਾ ਜਾਊਗਾ। ਜਦੋਂ ਪ੍ਰਧਾਨ ਮੰਤਰੀ ਕੋਲੇ ਮੁੱਦਾ ਜਾਊਗਾ ਤਾਂ ਨਿਰਸੰਦੇਹ ਜਿਹੜੇ ਸੰਵਿਧਾਨ ਦੇ ਮੁਤਾਬਕ, ਕਾਨੂੰਨ ਦੇ ਮੁਤਾਬਕ ਉਹਨਾਂ ਨੂੰ ਨਹੀਂ ਰੱਖਿਆ ਜਾ ਸਕਦਾ ਜੇਲ੍ਹਾਂ ਦੇ ਵਿੱਚ। ਰਿਹਾਈ ਤਾਂ ਉਹਨਾਂ ਦੀ ਹੋ ਸਕਦੀ ਹੈ, ਐਡਾ ਕੋਈ ਵੱਡਾ ਮਸਲਾ ਨਹੀਂ ਹੈ ਜਿੱਦਾਂ ਸਿਆਸੀ ਪਾਰਟੀਆਂ ਨੇ ਬਣਾ ਦਿੱਤਾ। ਦੂਜੇ ਪਾਸੇ ਕੁਝ ਫੋਟੋਆਂ ਜਿਹੜੀਆਂ RSS ਦੇ ਸਮਾਗਮ ਦੇ ਵਿੱਚ ਗੁਰਬਖਸ਼ ਸਿੰਘ ਹੋਰਾਂ ਵਾਲੀਆਂ ਉਹ ਘੁੰਮਣੀਆਂ ਸ਼ੁਰੂ ਹੋ ਗਈਆਂ। ਇਹ ਕਿਹਾ ਜਾ ਰਿਹਾ ਜੀ ਕਿ ਉਹ ਗਏ ਸਨ ਕਿ ਤੁਹਾਡੀ ਮੁਲਾਕਾਤ ਰਾਜਨਾਥ ਸਿੰਘ ਹੋਰਾਂ ਦੇ ਨਾਲ ਕਰਵਾ ਦਿੰਦੇ ਆ। ਜਦੋਂ ਗਏ ਤੇ ਉਹ ਸਮਾਗਮ ਜਿਹੜਾ ਉਹ RSS ਦਾ ਸੀਗਾ। ਸ਼ਰਾਰਤ ਕਹਿ ਲਓ, ਜੋ ਮਰਜ਼ੀ ਕਹਿ ਲਓ, ਇਹ ਫੋਟੋਆਂ ਜਿਹੜੀਆਂ ਜੀ ਉਹ ਇੱਕਦਮ ਫਿਰ ਸੋਸ਼ਲ ਨੈਟਵਰਕ ਸਾਈਟਸ ਦੇ ਉੱਤੇ ਜਿਹੜੀਆਂ ਉਹ ਆ ਗਈਆਂ ਤੇ ਤੇਜ਼ੀ ਦੇ ਨਾਲ ਜਿਹੜੀਆਂ ਘੁੰਮਣੀਆਂ ਸ਼ੁਰੂ ਹੋ ਗਈਆਂ। ਜਿੰਨੀ ਸਪੋਰਟ ਪਿਛਲੀ ਵਾਰੀ ਗੁਰਬਖਸ਼ ਸਿੰਘ ਹੋਰਾਂ ਨੂੰ ਮਿਲੀ ਸੀਗੀ, ਹਾਲ ਦੀ ਘੜੀ ਇੰਨੀ ਸਪੋਰਟ ਉਹਨਾਂ ਨੂੰ ਮਿਲੀ ਨਹੀਂ ਹੈ ਅਜੇ ਤੱਕ। ਕੱਲ ਨੂੰ ਕੀ ਹੁੰਦਾ ਕੁਝ ਕਿਹਾ ਨਹੀਂ ਜਾ ਸਕਦਾ। ਫਿਰ ਕਹਾਂਗੇ ਜਿਹੜਾ ਉਹ ਜਿਸ ਮੁੱਦੇ ਨੂੰ ਲੈ ਕੇ ਉਹ ਭੁੱਖ ਹੜਤਾਲ ਦੇ ਉੱਤੇ ਬੈਠੇ ਨੇ, ਮੁੱਦਾ ਗਲਤ ਨਹੀਂ ਹੈ, ਪਰ ਸਿਆਸੀ ਪਾਰਟੀਆਂ ਜਿਹੜੀਆਂ ਨੇ ਉਹ ਆਪਣੀ ਰਜਵੀ ਸਿਆਸਤ ਇਹਦੇ ਉੱਤੇ ਕਰ ਰਹੀਆਂ ਨੇ। ਹਾਂ, ਬਿਲਕੁਲ ਜੀ। ਕੋਈ ਨਾ ਕੋਈ ਕ੍ਰੈਡਿਟ ਲੈਣ ਦੀ ਜਿਹੜੀ ਕੋਸ਼ਿਸ਼ ਆ ਉਹ ਕੀਤੀ ਜਾ ਰਹੀ ਆ। ਤੇ ਅੱਗੇ ਇੱਕ ਜੀ ਹੀਰੋ ਗਰੁੱਪ ਦੇ ਉੱਤੇ ਜਿਹੜੀ ਬਾਦਲ ਸਰਕਾਰ ਆ ਬੜੀ ਮਿਹਰਬਾਨ ਹੋਈ ਆ, ਉਹਨੂੰ ਮੁਫਤ ਦੇ ਵਿੱਚ ਕਰੋੜਾਂ ਰੁਪਏ ਜ਼ਮੀਨ ਬਹੁਤ ਕੁਝ ਦੇ ਰਹੇ ਆ। ਇਸ ਦੇ ਪਿੱਛੇ ਕੀ ਕਹਾਣੀ ਹੈ? ਇਹ ਪੰਜਾਬ ਸਰਕਾਰ ਦੀ 85 ਕਰੋੜ ਰੁਪਏ ਦੀ ਸਰਕਾਰੀ ਜਾਇਦਾਦ ਹੈ ਜੀ, ਜਿਹੜੀ ਹੀਰੋ ਗਰੁੱਪ ਨੂੰ ਮੁਫਤ ਦਿੱਤੀ ਜਾ ਰਹੀ ਹੈ ਜੀ। ਇਹ ਜ਼ਮੀਨ ਪੰਜਾਬ ਰਾਜ ਹੌਜ਼ਰੀ ਨੈਟਵੇਅਰ ਵਿਕਾਸ ਨਿਗਮ ਲਿਮਟਿਡ ਦੀ ਹੈ, ਜਿਹੜਾ ਕਿ ਫੋਕਲ ਪੁਆਇੰਟ ਲੁਧਿਆਣੇ ਦੇ ਵਿੱਚ ਹੈ ਜੀ। ਜਿਹੜਾ ਉਦਯੋਗ ਵਿਭਾਗ ਹੈ ਉਹਨੇ ਇਸ ਸੰਬੰਧੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੂੰ ਜਿਹੜੀ ਹੈ ਜੀ ਉਹ ਫਾਈਲ ਭੇਜ ਦਿੱਤੀ ਹੈ। ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਇੱਛਾ ਦੇ ਅਨੁਸਾਰ ਹੀਰੋ ਗਰੁੱਪ ਦੇ ਵੱਲੋਂ ਇਸ ਸਰਕਾਰੀ ਜ਼ਮੀਨ ਤੇ ਸਕਿੱਲ ਡਿਵੈਲਪਮੈਂਟ ਸੈਂਟਰ ਜਿਹੜਾ ਉਹ ਖੋਲ੍ਹੇ ਜਾਣ ਦੀ ਤਜਵੀਜ਼ ਹੈ। ਜਿਹੜੀ ਇਹ ਜ਼ਮੀਨ ਹੈ ਜੀ 85 ਕਰੋੜ 75 ਲੱਖ ਰੁਪਏ ਦੀ ਦੱਸੀ ਜਾਂਦੀ ਹੈ ਜੀ, ਆਲਮੋਸਟ 86 ਕਰੋੜ ਰੁਪਏ ਦੀ। ਇਹਦੇ ਨਾਲ ਨਾਲ ਪੰਜਾਬ ਸਰਕਾਰ ਦੇ ਵੱਲੋਂ ਜਿਹੜਾ ਇਹਦੇ ਉੱਤੇ ਇਨਕਮ ਟੈਕਸ ਲੱਗਦਾ ਜੀ, ਉਹਦੀ ਅਦਾਇਗੀ ਵੀ ਸਰਕਾਰ ਕਰ ਰਹੀ ਹੈ। ਜਿਹੜਾ ਇਨਕਮ ਟੈਕਸ ਹੈ ਜੀ ਵਿੱਤ ਵਿਭਾਗ ਦੇ ਵੱਲੋਂ ਭਾਵੇਂ ਇਹਦਾ ਜਿਹੜਾ ਜੀ ਇਹਦੇ ਉੱਤੇ ਇਤਰਾਜ਼ ਕੀਤਾ ਗਿਆ, ਪਰ ਮੁੱਖ ਮੰਤਰੀ ਜਿਹੜੇ ਨੇ ਉਹ ਜ਼ਮੀਨ ਦੇਣ ਦੇ ਵਾਸਤੇ ਵਜਿੱਦ ਨੇ। ਜਿਹੜਾ ਚੰਡੀਗੜ੍ਹ ਦੇ ਵਿੱਚ ਹੋਈ ਜਿਹੜੀ ਮੀਟਿੰਗ ਦੇ ਦੌਰਾਨ ਹੀਰੋ ਗਰੁੱਪ ਦੇ ਵੱਲੋਂ ਜ਼ਮੀਨ ਦਾ ਜਿਹੜਾ ਮਾਮਲਾ ਉਹ ਉਠਾਇਆ ਗਿਆ ਸੀਗਾ, ਪਰ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੇ ਕਿਹਾ ਨਹੀਂ, ਇਹ ਜਿਹੜੀ ਜ਼ਮੀਨ ਹੈ ਉਹਨਾਂ ਨੂੰ ਦੇਣੀ ਹੈ। ਹੁਣ ਸਕਿੱਲ ਡਿਵੈਲਪਮੈਂਟ ਸੈਂਟਰ ਜਿਹੜਾ ਉਹ ਖੁੱਲਦਾ ਜਾਂ ਨਹੀਂ ਖੁੱਲਦਾ, ਇਹ ਤਾਂ ਬਾਅਦ ਵਾਲੀਆਂ ਗੱਲਾਂ ਨੇ। ਉਹਦੇ ਵਿੱਚ ਉਹਨਾਂ ਦੇ ਨਾਲ MOU ਕੀ ਸਾਈਨ ਕੀਤਾ ਗਿਆ,
ਇਹਦਾ ਵੀ ਕੁਝ ਨਹੀਂ ਪਤਾ। ਅਕਸਰ ਜਿਹੜੇ ਇਲਜ਼ਾਮ ਨੇ ਉਹ ਇਸ ਗੱਲ ਦੇ ਲੱਗਦੇ ਨੇ ਨਾ ਕਿ ਇਹ ਰਲ ਮਿਲ ਕੇ ਜਿਹੜੀ ਆ ਉਹ ਖੇਡ ਖੇਡੀ ਜਾਂਦੀ ਆ। ਆਪਣਾ ਹਿੱਸਾ ਪੱਤੀ ਜਿਹੜਾ ਜੀ ਉਹ ਕਿਸੇ ਨਾ ਕਿਸੇ ਰੂਪ ਦੇ ਵਿੱਚ ਜਿਹੜਾ ਉਹ ਰੱਖ ਲਿਆ ਜਾਂਦਾ। ਪਤਾ ਉਦੋਂ ਹੀ ਲੱਗਦਾ ਲੋਕਾਂ ਨੂੰ ਕਿ ਠੱਗੇ ਗਏ। ਟਿਮਸ ਵਾਲਾ ਮਾਮਲਾ ਕਿਸੇ ਤੋਂ ਲੁਕਿਆ ਛਿਪਿਆ ਥੋੜ੍ਹੀ ਆ। ਜਿਹੜਾ ਪੰਜਾਬ ਜਿਹੜਾ ਮੈਡੀਕਲ ਐਸੋਸੀਏਸ਼ਨ ਦਾ ਸੀਗਾ, ਜਿਹੜਾ ਇੱਥੇ ਜਲੰਧਰ ਦੇ ਵਿੱਚ ਜਿਹੜਾ ਰਖੜਿਆਂ ਨੂੰ ਕੌਡੀਆਂ ਦੇ ਭਾਅ ਦਿੱਤਾ ਗਿਆ, ਅੱਜ ਤੱਕ ਉਹਨਾਂ ਤੋਂ ਚੱਲਿਆ ਹੀ ਨਹੀਂ ਟਿਮਸ। ਨਾ ਉੱਥੇ ਤਨਖਾਹਾਂ ਦਿੱਤੀਆਂ ਜਾ ਰਹੀਆਂ, ਨਾ ਉੱਥੋਂ ਦੇ ਬਿੱਲ ਜਿਹੜੇ ਉਹ ਦਿੱਤੇ ਜਾ ਰਹੇ ਨੇ। ਪਰ ਕਰੋੜਾਂ ਨਹੀਂ, ਅਰਬਾਂ ਰੁਪਈਏ ਦੀ ਜਿਹੜੀ ਜ਼ਮੀਨ ਹੈ ਉਹ ਕੌਡੀਆਂ ਦੇ ਭਾਅ ਇਹ 99 ਸਾਲਾ ਲੀਜ਼ ਦੇ ਉੱਤੇ ਲੈ ਕੇ ਬੈਠ ਗਏ ਜੀ ਸਾਰੇ ਦੇ ਸਾਰੇ। ਜੀ ਬਿਲਕੁਲ, ਜਿਸ ਤਰ੍ਹਾਂ ਵੀ ਹੈਗਾ ਇਹਨਾਂ ਨੇ ਕਬਜ਼ੇ ਜਿਹੜੇ ਕੀਤੇ ਆ। ਅੱਗੇ ਆਪਾਂ ਨਾਨਕਸ਼ਾਹੀ ਕੈਲੰਡਰ ਦੀ ਗੱਲ 2 ਦਿਨਾਂ ਤੋਂ ਕਰਦੇ ਆਏ ਆ, ਤੇ ਹੁਣ ਬਿਆਨ ਆਇਆ ਜੀ ਗਿਆਨੀ ਗੁਰਬਚਨ ਸਿੰਘ ਹੋਰਾਂ ਦਾ, ਤੇ ਉਹਨਾਂ ਨੇ ਕਿਹਾ ਵੀ ਇਹਦੇ ਵਿੱਚ ਸੋਧ ਤੇ ਸੰਭਵ ਆ, ਪਰ ਉਹਨਾਂ ਨੂੰ ਕਿਸੇ ਨੇ ਵੀ ਕੋਈ ਵੀ ਸੁਝਾਅ ਨਹੀਂ ਦਿੱਤਾ। ਦੇਖੋ, ਇਸ ਮਾਮਲੇ ਦੇ ਉੱਤੇ ਤੁਸੀਂ ਦੇਖੋ ਕਿ ਕੀ ਅਵਤਾਰ ਸਿੰਘ ਮੱਕੜ ਹੋਰਾਂ ਦਾ ਬਿਆਨ ਪੜ੍ਹ ਰਿਹਾ ਸੀਗਾ, ਜਿਹੜਾ ਕਿ ਮੁਕੰਮਲ ਰੂਪ ਦੇ ਵਿੱਚ ਯੂ ਟਰਨ ਜਿਹੜਾ ਨਾ ਜੀ ਉਹ ਕਿਹਾ ਜਾ ਸਕਦਾ। ਯੂ ਟਰਨ ਇਸ ਤਰ੍ਹਾਂ ਜੀ ਕਿ ਉਹ ਇਹ ਕਹਿੰਦੇ ਆ ਕਿ ਜਿਹੜਾ ਇੱਥੇ ਆਦੇਸ਼ ਇੱਕ ਜਾਰੀ ਕੀਤਾ ਗਿਆ ਸੀਗਾ ਅਕਾਲ ਤਖਤ ਤੋਂ 2007 ਦੇ ਵਿੱਚ ਕਿ ਸੋਸ਼ਲ ਬਾਈਕਾਟ ਜਿਹੜਾ ਜੀ ਉਹ ਕੀਤਾ ਜਾਵੇ ਜਿਹੜੇ ਡੇਰੇ ਦਾ, ਉਹ ਕਹਿੰਦੇ ਇੱਦਾਂ ਦਾ ਤਾਂ ਕੁਛ ਕੀਤਾ ਹੀ ਨਹੀਂ। ਅਕਾਲ ਤਖਤ ਨੇ ਕੋਈ ਬਿਆਨ ਹੀ ਜਾਰੀ ਨਹੀਂ ਕੀਤਾ, ਕੋਈ ਆਦੇਸ਼ ਜਾਰੀ ਨਹੀਂ ਕੀਤਾ। ਇਹ ਮੈਂ ਤਾਂ ਤੁਹਾਡੇ ਨਾਲ ਸਾਂਝਾ ਕਰ ਰਿਹਾ ਜੀ ਕਿ ਇਹ ਲੀਡਰ ਜਿਹੜੇ ਨੇ, ਜਿਹੜੇ ਧਾਰਮਿਕ ਲੀਡਰ ਅਖਵਾਉਂਦੇ ਨੇ, ਉਹ ਮਿੰਟੋ ਮਿੰਟੀ ਇਹਨਾਂ ਮਾਮਲਿਆਂ ਦੇ ਉੱਤੇ ਪਲਟ ਜਾਂਦੇ ਨੇ। ਜਿਹੜਾ ਆਦੇਸ਼ ਹੁਣ ਅਕਾਲ ਤਖਤ ਤੇ ਜਥੇਦਾਰ ਦੇ ਵੱਲੋਂ ਕੈਲੰਡਰ ਵਾਲੇ ਮਾਮਲੇ ਦੇ ਵਿੱਚ ਪਿਛਲੇ ਦਿਨੀ ਜਾਰੀ ਕੀਤਾ ਗਿਆ, ਉਹ ਭੰਬਲ ਭੂਸਾ ਕ੍ਰੀਏਟ ਕਰਨ ਵਾਲਾ। ਮੈਂ ਕੱਲ ਵੀ ਤੁਹਾਡੇ ਨਾਲ ਸਾਂਝਾ ਕੀਤਾ ਸੀਗਾ ਕਿ ਇੱਕ ਪਾਸੇ ਤਾਂ ਉਹ ਕਹਿੰਦੇ 7 ਜਨਵਰੀ ਨੂੰ ਜਿਹੜਾ ਗੁਰਪੁਰਬ ਹੈ ਉਹ 10ਵੇਂ ਪਾਤਸ਼ਾਹ ਦਾ ਮਨਾਇਆ ਜਾਵੇ, ਦੂਜੇ ਪਾਸੇ ਉਹ ਕਹਿੰਦੇ ਜੇ ਕੋਈ 28 ਨੂੰ ਮਨਾਉਣਾ ਚਾਹੁੰਦੀ ਹੈ ਸੰਗਤ ਤੇ ਉਹਨਾਂ ਨੂੰ ਇਤਰਾਜ਼ ਵੀ ਕੋਈ ਨਹੀਂਗਾ। ਸੋ 3 ਗੁਰਪੁਰਬ ਜਿਹੜੇ ਨੇ ਉਹ ਮਨਾਏ ਜਾਣਗੇ, ਉਹ ਵੀ ਸ਼ਹੀਦੀ ਦਿਹਾੜੇ ਦੇ ਨਾਲ ਜਿਹੜਾ ਜੀ ਉਹ ਮਿਲ ਕੇ ਜਿਹੜਾ ਜੀ ਉਹ ਕਿਵੇਂ ਮਨਾਇਆ ਜਾ ਸਕਦਾ। ਪਰ ਸੰਭਵ ਇਸ ਕਰਕੇ ਹੈ ਜੀ ਕਿ ਭੰਬਲ ਭੂਸਾ ਜਿਹੜਾ ਉਹ ਕ੍ਰੀਏਟ ਕਰ ਦਿੱਤਾ ਗਿਆ। ਤੋ ਹੁਣ ਗਿਆਨੀ ਗੁਰਬਚਨ ਸਿੰਘ ਹੋਰੀ ਕਹਿੰਦੇ ਕਿ ਨਾਨਕਸ਼ਾਹੀ ਜਿਹੜਾ ਕੈਲੰਡਰ ਹੈ ਉਹਦੇ ਵਿੱਚ ਸੋਧ ਜਿਹੜੀ ਆ ਉਹ ਹੋ ਸਕਦੀ ਹੈ। ਉਹਨਾਂ ਨੇ ਕਿਹਾ ਕਿ ਅਜੇ ਤੱਕ ਸਿੱਖ ਸੰਗਤ ਦੇ ਵੱਲੋਂ ਕੋਈ ਸੁਝਾਅ ਹੀ ਨਹੀਂ ਆਇਆ। ਇਸ ਵੇਲੇ ਪੂਰੀ ਦੁਨੀਆ ਦੇ ਵਿੱਚ ਇਸ ਗੱਲ ਨੂੰ ਲੈ ਕੇ ਜਿੱਥੇ ਜਿੱਥੇ ਸਿੱਖ ਭਾਈਚਾਰਾ ਬੈਠਾ, ਉਹਨਾਂ ਦੇ ਚੈਨਲਾਂ ਦੇ ਉੱਤੇ, ਅਖਬਾਰਾਂ ਦੇ ਵਿੱਚ ਇੰਨਾ ਕੁਛ ਲਿਖਿਆ ਬੋਲਿਆ ਜਾ ਰਿਹਾ ਹੈ, ਜਥੇਦਾਰ ਸਾਹਿਬ ਨੂੰ ਇਸ ਮਾਮਲੇ ਦਾ ਪਤਾ ਹੀ ਨਹੀਂ। ਜੇ ਉਹ ਕਹਿੰਦੇ ਆ ਕਿ ਕੋਈ ਸੁਝਾਅ ਹੀ ਨਹੀਂ ਆਇਆ, ਕੋਈ ਇਹਦੇ ਉੱਤੇ ਗੱਲ ਹੀ ਨਹੀਂ ਹੋ ਰਹੀ, ਤਾਂ ਮੈਂ ਸਮਝਦਾ ਕਿ ਉਹਨਾਂ ਨੂੰ ਜਥੇਦਾਰ ਅਖਵਾਉਣ ਦਾ ਹੱਕ ਕਿੱਥੋਂ ਰਹਿ ਗਿਆ ਜੀ। ਇਹਦਾ ਮਤਲਬ ਉਹ ਤਾਂ ਬਿਲਕੁਲ ਅਣਜਾਣ ਨੇ ਕਿ ਸਿੱਖ ਸੰਗਤ ਦੇ ਵਿੱਚ ਜਿਹੜਾ ਜੀ ਇਹ ਭੰਬਲ ਭੂਸਾ ਕ੍ਰੀਏਟ ਹੋਣ ਤੋਂ ਬਾਅਦ ਕਿੱਡੀ ਵੱਡੀ ਚਰਚਾ ਜਿਹੜੀ ਹੈ ਜੀ ਇਸ ਵੇਲੇ ਉਹਦੀ ਛਿੜੀ ਪਈ ਹੈ। ਜਾਂ ਇਹ ਆ ਕਿ ਉਹ ਆਪਣੇ ਆਲੇ ਦੁਆਲੇ ਦੇ 4-5 ਲੋਕਾਂ ਦੇ ਵਿੱਚ ਜਿਹੜੇ ਉਹ ਘਿਰੇ ਹੋਏ ਨੇ, ਜਾਂ ਫਿਰ ਜਿਨ੍ਹਾਂ ਨੇ ਉਹਨਾਂ ਨੂੰ ਜਥੇਦਾਰ ਲਾਇਆ ਉਹਨਾਂ ਤੋਂ ਬਿਨਾਂ ਉਹਨਾਂ ਨੂੰ ਗੱਲ ਹੀ ਕੋਈ ਨਹੀਂ ਹੋਰ ਸੁਣਦੀ, ਕੋਈ ਹੋਰ ਚੀਜ਼ ਜਿਹੜੀ ਦਿਸਦੀ ਨਹੀਂ, ਨਾ ਉਹ ਦੇਖਣ ਦੇ ਵਾਸਤੇ ਤਿਆਰ ਨੇ, ਨਾ ਉਹ ਜਿਹੜਾ ਜੀ ਉਹ ਸੁਣਨ ਦੇ ਵਾਸਤੇ ਤਿਆਰ ਨੇ। ਜੇ ਇਹਦੇ ਵਿੱਚ ਸੰਗਤ ਨੇ ਅਜੇ ਤੱਕ ਕੋਈ ਸੁਝਾਅ ਹੀ ਨਹੀਂ ਦਿੱਤਾ, ਤਾਂ ਫਿਰ ਦੇਖਿਆ ਜਾਵੇ ਤਾਂ ਇਹ ਕਿਉਂ ਇਹਨੂੰ ਜੀ ਬਾਰ-ਬਾਰ ਥੋਪਿਆ ਜਾ ਰਿਹਾ ਲੋਕਾਂ ਦੇ ਉੱਤੇ। ਇੱਕ ਪਾਸੇ ਜਥੇਦਾਰ ਸਾਹਿਬ ਬਿਆਨ ਦਿੰਦੇ ਨੇ ਕਿ ਨਾਨਕਸ਼ਾਹੀ ਕੈਲੰਡਰ ਦੇ ਮੁਤਾਬਕ ਜੀ ਹੁਣ ਜਿਹੜਾ ਗੁਰਪੁਰਬ ਹੈ ਉਹ 7 ਜਨਵਰੀ ਨੂੰ ਮਨਾਇਆ ਜਾਵੇ। ਫਿਰ ਜਨਵਰੀ ਕਿਉਂ ਕਹੀ ਜਾ ਰਹੀ ਹੈ ਜੀ ਉੱਥੇ? ਉਹ ਮਾਘ ਦੇ ਮਹੀਨੇ ਕਿਉਂ ਨਹੀਂ ਦੱਸੇ ਜਾ ਰਹੇ ਜੀ? ਇਹਦਾ ਮਤਲਬ ਜਿਹੜਾ ਸਿੱਧਮ ਸਿੱਧਾ ਇਹੀ ਹੈ ਜੀ ਕਿ ਅਜੇ ਵੀ ਰੋਮਨ ਕੈਲੰਡਰ ਜਿਹੜਾ ਐਕਸੈਪਟ ਹੋ ਚੁੱਕਾ ਹੈ, ਜਿਹਦੇ ਮੁਤਾਬਕ ਸਰਕਾਰਾਂ ਚੱਲਦੀਆਂ ਨੇ, ਉਹ ਚਾਹੇ ਸੂਬੇ ਦੀ ਸਰਕਾਰ ਹੈ ਚਾਹੇ ਮੁਲਕ ਦੀ ਸਰਕਾਰ ਹੈ। ਜਦੋਂ ਉੱਥੋਂ ਵਾਲੀਆਂ ਡੇਟਸ ਉਹਨਾਂ ਨੇ ਲੈ ਕੇ ਤੇ ਇਹ ਸਾਰਾ ਕੁਝ ਜਿਹੜਾ ਜੀ ਸਰਕਾਰੀ ਤੌਰ ਦੇ ਉੱਤੇ ਕਾਰਵਾਈ ਪੈਣੀ ਹੁੰਦੀ ਹੈ, ਤਾਂ ਫਿਰ ਉਹਦੇ ਵਿੱਚ ਇਹ ਟੁੱਚਰ ਜਿਹੜੀ ਹੈ ਜੀ ਉਹ ਕਿਉਂ ਡਾਹੀ ਗਈ ਹੈ? ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜੀ ਨੇ ਲਾਗੂ ਕੀਤਾ ਸੀਗਾ ਜਾਂ ਅਕਾਲ ਤਖਤ ਦੇ ਵੱਲੋਂ ਇਹ ਕਿਹਾ ਗਿਆ ਸੀਗਾ ਇਹਨੂੰ ਮੰਨਣ ਦੀ, ਉਹ ਆਪ ਹੀ ਨਹੀਂ ਮੰਨ ਰਹੇ ਇਹਨੂੰ ਕੈਲੰਡਰ ਨੂੰ, ਤੇ ਦੂਜੇ ਉਹਨੂੰ ਕਿਵੇਂ ਮੰਨ ਸਕਦੇ ਨੇ? ਜੀ ਬਿਲਕੁਲ। ਤੇ ਅੱਗੇ ਬੜੀਆਂ ਜੀ ਪਿਕਚਰਾਂ ਆਉਂਦੀਆਂ ਹੁੰਦੀਆਂ ਸੀ ਅਖਬਾਰਾਂ ਦੇ ਵਿੱਚ, ਬੜਾ ਰੌਲਾ ਪੈਂਦਾ ਹੁੰਦਾ ਸੀਗਾ ਸ਼ਗਨ ਸਕੀਮ ਦਾ, ਉਹ ਨਹੀਂ ਹੁਣ ਕਦੀ ਵੀ ਸੁਣਿਆ। ਬਿਲਕੁਲ ਜੀ, ਇਹਦੀਆਂ ਤਾਂ ਐਡਾਂ ਵੀ ਬੜੀਆਂ ਆਉਂਦੀਆਂ ਰਹੀਆਂ ਨੇ ਇੱਥੇ ਕਿ ਸ਼ਗਨ ਦੇ ਜਿਹੜੇ ਜੀ ਉਹ ਦੇ ਕੇ ਮਾਰ ਜਿਹੜੇ ਗਰੀਬ ਤਬਕਾ ਦੀ ਉਹਨੂੰ ਵਿਆਹ ਜਿਹੜੇ ਧੀਆਂ ਦੇ ਕੀਤੇ ਨੇ। ਜ਼ਿਲ੍ਹਾ ਬਠਿੰਡਾ ਦੇ ਕੋਟ ਗੁਰੂ ਦੀ ਧੀ ਮਨਵੀਰ ਕੌਰ, ਉਹਨੂੰ ਵਿਆਹ ਤੋਂ 5.5 ਮਹੀਨੇ ਮਗਰੋਂ ਵੀ ਸਰਕਾਰੀ ਸ਼ਗਨ ਜਿਹੜਾ ਉਹ ਨਹੀਂ ਮਿਲਿਆ। ਉਹਦੀ ਦਾਦੀ ਜਿਹੜੀ ਆ ਜੀ ਉਹਨੂੰ ਰੋਸ਼ਨ ਕੌਰ ਨੂੰ 4 ਮਹੀਨਿਆਂ ਤੋਂ ਬੁਢਾਪਾ ਪੈਨਸ਼ਨ ਨਹੀਂ ਮਿਲੀ। ਸਰਕਾਰੀ ਖਜ਼ਾਨੇ ਦੇ ਸੰਕਟ ਦਾ ਸੇਕ ਜਿਹੜਾ ਜੀ ਉਹ ਆਮ ਲੋਕਾਂ ਨੂੰ ਝੱਲਣਾ ਪੈ ਰਿਹਾ।
ਪੰਜਾਬ ਦੇ ਵਿੱਚ 10,000 ਧੀਆਂ ਨੇ ਜੀ ਜਿਹੜੀਆਂ 5 ਮਹੀਨਿਆਂ ਤੋਂ ਸਰਕਾਰੀ ਸ਼ਗਨ ਦੀ ਉਡੀਕ ਦੇ ਵਿੱਚ ਨੇ। ਪੰਜਾਬ ਸਰਕਾਰ ਦੀ ਮਾਲੀ ਹਾਲਤ ਜਿਹੜੀ ਹੈ ਜੀ ਉਹ ਏਡੀ ਖਰਾਬ ਹੈ ਕਿ ਸ਼ਗਨ ਸਕੀਮ ਨੂੰ ਹਾਲ ਦੀ ਘੜੀ ਪੱਕੀਆਂ ਬ੍ਰੇਕਾਂ ਜਿਹੜੀਆਂ ਉਹ ਲਾ ਦਿੱਤੀਆਂ ਗਈਆਂ ਨੇ ਜੀ। ਜਿਹੜਾ ਭਲਾਈ ਵਿਭਾਗ ਹੈ ਪੰਜਾਬ ਦਾ, ਉਹਦੇ ਵੱਲੋਂ ਹੁਣ ਜਿਹੜੇ ਇਹਦਾ ਲਾਹਾ ਲੈਣ ਵਾਲੇ ਸੀਗੇ ਜੀ ਉਹਨਾਂ ਨੂੰ ਆਨਲਾਈਨ ਅਦਾਇਗੀ ਜਿਹੜੀ ਆ ਉਹ ਕੀਤੀ ਜਾਂਦੀ ਹੈ। ਜਦੋਂ ਜਿਹੜਾ ਆਮ ਮਾਤੜ ਆ ਜੀ ਉਹਨੂੰ ਕੀ ਪਤਾ ਹੈ ਆਨਲਾਈਨ ਜਿਹੜਾ ਉਹ ਕੀ ਹੁੰਦਾ। 15,000 ਰੁਪਏ ਸ਼ਗਨ ਸਕੀਮ ਦੇ ਤਹਿਤ ਜਿਹੜੇ ਉਹ ਦਿੱਤੇ ਜਾਂਦੇ ਹੁੰਦੇ ਸੀਗੇ ਤੇ ਵਿਆਹ ਹੋਣ ਤੋਂ 30 ਦਿਨਾਂ ਬਾਅਦ ਇਹਦਾ ਜਿਹੜਾ ਅਪਲਾਈ ਕੀਤਾ ਜਾਂਦਾ ਸੀਗਾ। ਲੋਕੀ ਅਪਲਾਈ ਕਰਕੇ ਉਡੀਕੀ ਜਾਂਦੇ ਨੇ ਕਿ ਚੈੱਕ ਜਿਹੜੇ ਉਹ ਕਦੋਂ ਆਉਣਗੇ, ਪਰ ਜਿਹੜੇ ਚੈੱਕ ਨੇ ਉਹ ਤਾਂ ਜਿਹੜਾ ਪੰਜਾਬ ਦੇ ਸਿਰ ਚੜਿਆ ਕਰਜ਼ਾ ਜਾਂ ਫਿਰ ਇਹਨਾਂ ਦੇ ਵੱਲੋਂ ਵਰਤੇ ਜਾਂਦੇ ਵਹੀਕਲ ਤੇ ਹੈਲੀਕਾਪਟਰ ਨੇ ਉਸ ਪਾਸੇ ਵੱਲੋਂ ਤੁਰਿਆ ਜਾਂਦਾ। ਜੇ ਉਧਰੋਂ ਕੋਈ ਬਚਣਗੇ ਚਾਰ ਛਿੱਲਰ ਤੇ ਤਾਂ ਜਿਹੜੇ ਆਮ ਲੋਕ ਨੇ ਉਹਨਾਂ ਦੇ ਵਾਸਤੇ ਜਿਹੜੀਆਂ ਸਕੀਮਾਂ ਨੇ ਉਹਦੇ ਵਾਸਤੇ ਆਉਣਗੇ ਨਾ, ਉਹੀ ਖਰਚਾ ਨਹੀਂ ਪੂਰਾ ਹੋ ਰਿਹਾ ਜੀ। ਹਾਂ, ਤੇ ਅੱਗੇ ਅਕਾਲੀ ਭਾਜਪਾ ਦੀ ਜਿਹੜੀ ਕਹਿੰਦੇ ਆ ਵੀ ਚੁੰਝ ਚਰਚਾ ਹੈ, ਬੜੀ ਬਿਆਨਬਾਜ਼ੀ ਹੋ ਰਹੀ ਆ ਹੁਣ ਇੱਕ ਦੂਸਰੇ ਤੇ। ਇਹ ਫੇਰ ਜਿਹੜੀ ਹੈ ਜੀ ਇੱਕ ਵਾਰੀ ਵਧੀ ਹੈ। ਜਿਹੜੀਆਂ ਪੰਜਾਬ ਦੇ ਵਿੱਚ 2-3 ਚੀਜ਼ਾਂ ਜਿਹੜੀਆਂ ਹੋਈਆਂ ਨੇ ਉਹਦੇ ਨਾਲ ਸ਼ਾਇਦ ਇਹ ਹੋਰ ਜ਼ਿਆਦਾ ਜਿਹੜੀ ਹੈ ਜੀ ਉਹ ਵਧੂਗੀ। ਇੱਕ ਤਾਂ ਪਿਛਲੇ ਦਿਨਾਂ ਤੋਂ ਜਿਹੜੀ ਨਵਜੋਤ ਕੌਰ ਸਿੱਧੂ ਆ ਉਹਦੇ ਉੱਤੇ ਜਿਹੜਾ ਜੀ ਬਿਆਨਾਂ ਦੇ ਰੂਪ ਦੇ ਵਿੱਚ ਸ਼ਬਦੀ ਹਮਲੇ ਕਰਨ ਵਾਲੇ ਵਿਰਸਾ ਸਿੰਘ ਵਲਟੋਹਾ ਜਿਹੜਾ ਜੀ ਉਹਨੂੰ ਅਕਾਲੀ ਦਲ ਨੇ ਹੁਣ ਸਪੋਕਸਮੈਨ ਲਾਤਾ ਜੀ ਕਿ ਇਹਦਾ ਮਤਲਬ ਸਿੱਧਾ ਇਹੀ ਹੈ ਜੀ ਕਿ ਬੀਜੇਪੀ ਦੇ ਉੱਤੇ ਜਿਹੜੇ ਸ਼ਬਦੀ ਹਮਲੇ ਨੇ ਉਹ ਹੋਰ ਤੇਜ਼ ਜਿਹੜੇ ਉਹ ਅਕਾਲੀਆਂ ਦੇ ਵੱਲੋਂ ਹੋਣਗੇ। ਖਾਸ ਤੌਰ ਦੇ ਉੱਤੇ ਅੰਮ੍ਰਿਤਸਰ ਦੇ ਵਿੱਚੋਂ ਜਿਹੜਾ ਜੀ ਉਸ ਏਰੀਏ ਦੇ ਵਿੱਚੋਂ ਲਾਇਆ ਗਿਆ ਵਿਰਸਾ ਸਿੰਘ ਵਲਟੋਹਾ ਨੂੰ ਕਿ ਉੱਧਰ ਜਿਹੜੇ ਉਹ ਘੇਰਨਗੇ। ਦੂਜੇ ਪਾਸੇ ਜਿਹੜੇ ਭਾਰਤੀ ਜਨਤਾ ਪਾਰਟੀ ਵਾਲੇ ਨੇ ਅੰਮ੍ਰਿਤਸਰ ਦੇ ਹਲਕੇ ਦੇ ਅੰਮ੍ਰਿਤਸਰ ਦੇ ਏਰੀਏ ਦੇ ਉਹ ਸਾਰੇ ਦੇ ਸਾਰੇ ਜਿਹੜੇ ਜੀ ਆ ਕੇ ਹੱਕ ਦੇ ਵਿੱਚ ਖੜੇ ਹੋ ਗਏ ਨੇ ਨਵਜੋਤ ਕੌਰ ਸਿੱਧੂ ਦੇ। ਉਹਨਾਂ ਨੇ ਕਿਹਾ ਕਿ ਅਕਾਲੀ ਆਗੂ ਜਿਹੜੇ ਨੇ ਉਹ ਗਲਤ ਬਿਆਨਬਾਜ਼ੀ ਜਿਹੜੀ ਆ ਨਵਜੋਤ ਕੌਰ ਸਿੱਧੂ ਦੇ ਬਾਰੇ ਦੇ ਵਿੱਚ ਕਰ ਰਹੇ ਨੇ। ਉਹਨਾਂ ਨੇ ਕਿਹਾ ਕਿ ਜਿਹੜੀ ਭਾਜਪਾ ਉਹ ਨਵਜੋਤ ਕੌਰ ਸਿੱਧੂ ਦੇ ਨਾਲ ਜਿਹੜੀ ਹੈ ਜੀ ਉਹ ਚਟਾਨ ਵਾਂਗ ਖੜੀ ਹੈ। ਬੇਸ਼ੱਕ ਅਕਾਲੀ ਦਲ ਨੇ ਡਾਕਟਰ ਦਲਜੀਤ ਸਿੰਘ ਚੀਮਾ ਦੇ ਰਾਹੀਂ ਸ਼ਿਕਾਇਤ ਜਿਹੜੀ ਨਵਜੋਤ ਸਿੰਘ ਸਿੱਧੂ ਦੀ ਜਿਹੜੀ ਕੀਤੀ ਆ ਤੇ ਉਹਨੇ ਕਮਲ ਸ਼ਰਮਾ ਨੇ ਇਹ ਕਿਹਾ ਸੀਗਾ ਕਿ ਉੱਤੇ ਹਾਈ ਕਮਾਂਡ ਕੋਲੇ ਪਹੁੰਚਾ ਦਿੱਤੀ ਹੈ। ਇਹ ਸ਼ਿਕਾਇਤ ਜਾਣ ਦਾ ਅਸਰ ਹੈ ਜਾਂ ਕੋਈ ਹੋਰ ਹੈ ਕਿ ਜਿਹੜੀ ਨਵਜੋਤ ਕੌਰ ਸਿੱਧੂ ਤੇ ਨਵਜੋਤ ਸਿੰਘ ਸਿੱਧੂ ਨੂੰ ਜੰਮੂ ਐਂਡ ਕਸ਼ਮੀਰ ਦੇ ਵਿੱਚ ਪਾਰਟੀ ਨੇ ਚੋਣ ਪ੍ਰਚਾਰ ਦੇ ਵਾਸਤੇ ਸੱਦ ਲਿਆ। ਨਵਜੋਤ ਕੌਰ ਸਿੱਧੂ ਤਾਂ ਉੱਥੇ ਪਹੁੰਚ ਵੀ ਗਈ ਹੈ, ਜਿੱਥੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਇਹ ਜਿਹੜੀ ਕੰਪਲੇਂਟ ਦੀ ਗੱਲ ਕਹੀ ਜਾ ਰਹੀ ਸੀ ਅਕਾਲੀ ਦਲ ਦੀ ਤਰਫੋਂ, ਹੁਣ ਚੁੱਪ ਕਰ ਗਿਆ ਅਕਾਲੀ ਦਲ ਇਸ ਮਾਮਲੇ ਦੇ ਉੱਤੇ। ਇਸ ਕਰਕੇ ਚੁੱਪ ਕਰ ਗਿਆ ਜੀ ਕਿ ਉਹਨੂੰ ਇਹ ਪਤਾ ਲੱਗ ਗਿਆ ਕਿ ਜਿਹੜੀ ਕੰਪਲੇਂਟ ਸੀ ਉਹਦਾ ਕੁਝ ਵੀ ਨਹੀਂ ਬਣਿਆ ਤੇ ਨਾ ਕੁਝ ਬਣਨ ਦੇ ਜਿਹੜੇ ਉਹ ਅਸਾਰ ਦੀਦੇ ਨੇ। ਇਹ ਕਿਹਾ ਜਾ ਰਿਹਾ ਕਿ ਅਮਿਤ ਸ਼ਾਹ ਜਿਹੜਾ ਜੀ ਉਹ ਨਵਜੋਤ ਸਿੰਘ ਸਿੱਧੂ ਦੇ ਬਾਰੇ ਦੇ ਵਿੱਚ ਕੋਈ ਸ਼ਿਕਾਇਤ ਜਿਹੜੀ ਹੈ ਉਹ ਨਹੀਂ ਸੁਣਨੀ ਚਾਹੁੰਦਾ। ਸ਼ਾਇਦ ਇਸੇ ਕਰਕੇ ਅਕਾਲੀਆਂ ਨੂੰ ਦੱਸਣ ਦੇ ਵਾਸਤੇ ਇਹਨਾਂ ਦੋਵਾਂ ਦੀ ਜਿਹੜੀ ਡਿਊਟੀ ਹੈ ਜੀ ਉਹ ਜੰਮੂ ਕਸ਼ਮੀਰ ਦੇ ਵਿੱਚ ਚੋਣਾਂ ਦੇ ਵਾਸਤੇ ਲਾ ਦਿੱਤੀ ਗਈ ਹੈ। ਇਹ ਕਹਿਣ ਦੇ ਵਾਸਤੇ ਕਿ ਸਾਡੇ ਹੀ ਨੇ ਬੰਦੇ ਇਹ, ਔਰ ਇਹਨਾਂ ਨੂੰ ਹਰੀ ਝੰਡੀ ਜਿਹੜੀ ਆ ਉਹ ਹਾਈ ਕਮਾਂਡ ਨੇ ਦਿੱਤੀ ਹੋਈ ਆ ਬੋਲਣ ਦੀ ਜੀ। ਤੇ ਜੀ ਅੱਗੇ ਗੱਲ ਕਰਦੇ ਆ ਅਖੀਰ ਦੇ ਵਿੱਚ ਲੁਧਿਆਣੇ ਦੀ ਜਿਹੜੀ ਹੌਜ਼ਰੀ ਮਿਲ ਆ ਉਸ ਦੀਆਂ ਫਿਕਰਮੰਦੀਆਂ ਵੀ ਬਹੁਤ ਵੱਧ ਗਈਆਂ। ਜਿਹੜੀ ਲੁਧਿਆਣੇ ਦੀ ਹੌਜ਼ਰੀ ਹੈ ਜੀ ਐਕਚੁਅਲੀ ਜਿਹੜੀ ਛੋਟੀ ਇੰਡਸਟਰੀ ਹੈ ਨਾ ਜੀ ਉਹ ਤਾਂ ਫਿਕਰਮੰਦੀ ਤਾਂ ਉਹਦੀਆਂ ਸਾਰਿਆਂ ਦੀਆਂ ਹੈ ਨੇ, ਪਰ ਜਿਹੜੀ ਠੰਡ ਹੈ ਉਹ ਘੱਟ ਪਈ ਹੈ ਇਸ ਵਾਰੀ ਅਜੇ ਤੱਕ, ਜਿਹਦੇ ਕਰਕੇ ਜਿਹੜੀ ਇਹ ਹੌਜ਼ਰੀ ਹੈ ਲੁਧਿਆਣੇ ਦੀ ਉਹਦੇ ਜਿਹੜੇ ਮਾਲਕ ਨੇ ਉਹ ਫਿਕਰਮੰਦ ਨੇ ਜੀ ਕਿ ਉਹਨਾਂ ਦੇ ਬਿਜ਼ਨਸ ਦਾ ਜਿਹੜਾ ਜੀ ਉਹ ਕੀ ਹੋਊਗਾ, ਕਿਉਂਕਿ ਉਹ ਬਹੁਤ ਵੱਡੀ ਗਿਣਤੀ ਦੇ ਵਿੱਚ ਗਰਮ ਮਾਲ ਜਿਹੜਾ ਜੀ ਉਹ ਤਿਆਰ ਕਰੀ ਬੈਠੇ ਨੇ। ਜੰਮੂ ਕਸ਼ਮੀਰ ਦੇ ਵਿੱਚ ਬਹੁਤ ਵੱਡੀ ਗਿਣਤੀ ਦੇ ਵਿੱਚ ਇਹ ਜਿਹੜਾ ਜੀ ਮਾਲ ਜਾਂਦਾ, ਪਰ ਜੰਮੂ ਕਸ਼ਮੀਰ ਦੇ ਵਿੱਚ ਆਏ ਹੜ੍ਹਾਂ ਨੇ ਉੱਥੋਂ ਦੀ ਮਾਰਕੀਟ ਜਿਹੜੀ ਆ ਜੀ ਉਹ ਤਬਾਹ ਕਰਕੇ ਰੱਖ ਦਿੱਤੀ ਹੈ, ਜਿਹਦੇ ਨਾਲ ਸਿੱਧਾ ਅਸਰ ਜਿਹੜਾ ਜੀ ਇੱਥੇ ਲੁਧਿਆਣੇ ਦੀ ਹੌਜ਼ਰੀ ਦੇ ਉੱਤੇ ਪਿਆ ਜੀ। ਦੂਜਾ ਜਿਹੜਾ ਜੀ ਇਹ ਕਿਹਾ ਜਾ ਰਿਹਾ ਹੈ ਕਿ ਜਿਹੜੇ ਤੁਹਾਨੂੰ ਪਤਾ ਪਾਂਡੇ ਨੇ ਜੀ ਉਹਨਾਂ ਨੇ ਬਹੁਤ ਡਰਾ ਦਿੱਤਾ ਕੰਮ। ਉਹ ਕਹਿੰਦੇ ਜੀ ਤਾਰਾ ਜਿਹੜਾ ਜੀ ਉਹ ਦੱਬਿਆ ਹੋਇਆ, ਇਸ ਕਰਕੇ ਦਸੰਬਰ ਦੇ ਮਹੀਨੇ ਦੇ ਵਿੱਚ ਜਿਹੜੇ ਉਹ ਵਿਆਹ ਨਹੀਂ ਹੋਣਗੇ ਬਹੁਤੇ। ਸੋ ਇਸ ਕਰਕੇ ਵੀ ਜਿਹੜੀ ਹੌਜ਼ਰੀ ਆ ਉਹ ਸਮਝਦੀ ਹੈ ਜਿਹੜੇ ਸ਼ਗਨ ਸ਼ੁਗਨ ਦੇ ਵਾਸਤੇ ਕੰਬਲ ਜਾਂ ਦੂਜੇ ਜਿਹੜੇ ਗਰਮ ਕੱਪੜੇ ਨੇ ਉਹ ਖਰੀਦੋ ਫਰੋਖਤ ਕੀਤੀ ਜਾਂਦੀ ਆ, ਉਹ ਜਿਹੜੀ ਉਹ ਨਹੀਂ ਹੋਊਗੀ ਇਸ ਵਾਰੀ। ਸੋ ਉਹਨਾਂ ਨੂੰ ਇਸ ਗੱਲ ਦਾ ਵੀ ਜਿਹੜਾ ਜੀ ਉਹ ਫਿਕਰ ਸਤਾ ਰਿਹਾ ਕਿ ਉਹਨਾਂ ਦਾ ਬਣਿਆ ਹੋਇਆ ਮਾਲ ਜਿਹੜਾ ਜੀ, ਕਿਉਂਕਿ ਉਹਨਾਂ ਨੇ ਬੈਂਕਾਂ ਤੋਂ ਕਰਜ਼ੇ ਲਏ ਨੇ, ਉਹਦੀ ਕਿਸ਼ਤ ਤਾਂ ਜਿਹੜੀ ਆਉਂਦੀ ਰਹਿਣੀ ਆ ਤੇ ਇਹ ਮਾਲ ਜਿਹੜਾ ਉਹ ਵਿਕ ਨਹੀਂ ਰਿਹਾ। ਜਿਹੜਾ ਪਿਛਲੇ 10 ਸਾਲਾਂ ਦਾ ਰਿਕਾਰਡ ਹੈ ਜੀ ਉਹ ਦੱਸਦਾ ਹੈ ਕਿ 20 ਨਵੰਬਰ ਤੱਕ ਜਿੰਨਾ ਕੁ ਮਾਲ ਇਹ ਬਣਾਉਂਦੇ ਨੇ ਇਹਦੀ 50% ਦੀ ਸੇਲ ਜਿਹੜੀ ਆ ਉਹ ਹੋ ਜਾਂਦੀ ਆ। ਇਸ ਵਾਰੀ ਇਹ ਸੇਲ ਜਿਹੜੀ ਆ ਉਹ 10% ਦਾ ਜਿਹੜਾ ਨੰਬਰ ਆ ਉਹ ਵੀ ਪਾਰ ਨਹੀਂ ਕਰ ਸਕੀ ਜੀ।
ਜਿੱਥੋਂ ਤੁਸੀਂ ਅੰਦਾਜ਼ਾ ਜਿਹੜਾ ਉਹ ਲਾ ਸਕਦੇ ਹੋ ਕਿ ਕਿੰਨਾ ਸਮਾਨ ਜਿਹੜਾ ਜੀ ਉਹ ਬਣਿਆ ਪਿਆ। ਜੇ ਨਵੰਬਰ ਦੇ ਮਹੀਨੇ ਦੇ ਵਿੱਚ ਗਰਮ ਸਮਾਨ ਜਿਹੜਾ ਨਹੀਂ ਵਿਕਿਆ ਤੇ ਫਿਰ ਕਿਉਂਕਿ ਦਸੰਬਰ ਦੇ ਮਹੀਨੇ ਦੇ ਵਿੱਚ ਉਹ ਕਹਿੰਦੇ ਨੇ ਕਿ ਵਿਆਹ ਥੋੜੇ ਹੋਣੇ ਆ, ਤੇ ਦਸੰਬਰ ਦੇ ਮਹੀਨੇ ਦੇ ਵਿੱਚ ਤਾਂ ਇੰਨਾ ਸਮਾਨ ਨਹੀਂ ਵਿਕੂਗਾ ਗਰਮ ਕੱਪੜਿਆਂ ਦਾ ਜਿੰਨਾ ਨਵੰਬਰ ਦੇ ਵਿੱਚ ਲੋਕ ਪਹਿਲਾਂ ਅਗਾਊਂ ਤਿਆਰੀ ਦੇ ਵਾਸਤੇ ਜਿਹੜਾ ਜੀ ਉਹ ਲੈ ਲੈਂਦੇ ਨੇ, ਠੰਡ ਦੀ ਤਿਆਰੀ ਦੇ ਵਾਸਤੇ ਜੀ। ਤੇ ਅਖੀਰ ਦੇ ਵਿੱਚ ਅਜ਼ਨਾਮਾ ਕਿ ਸੰਤਾ ਸਿੰਘ ਨੂੰ ਖੰਘ ਰਿਹਾ ਵੇਖਿਆ ਤਾਂ ਬੰਤਾ ਸਿੰਘ ਨੇ ਛੇੜ ਲਈ ਬਾਤ ਬੇਲੀ। ਸੰਤਾ ਸਿੰਘ ਨੂੰ ਖੰਘ ਰਿਹਾ ਵੇਖਿਆ ਤਾਂ ਬੰਤਾ ਸਿੰਘ ਨੇ ਛੇੜ ਲਈ ਬਾਤ ਬੇਲੀ। ਮੇਰੇ ਘਰੋਂ ਤੂੰ ਬੇਲੀਆ ਸ਼ਹਿਦ ਲੈ ਜਾ, ਤੇਰੀ ਲੰਘ ਜਾਊ ਸੁੱਖ ਦੀ ਰਾਤ ਬੇਲੀ। ਭਾਨੇ ਅਮਲੀ ਨੇ ਕਿਹਾ ਅਫੀਮ ਲੈ ਤੂੰ, ਵੇਖੀ ਫੇਰ ਇਸ ਦੀ ਕਰਾਮਾਤ ਬੇਲੀ। ਗੱਜਣ ਕਹਿੰਦਾ ਅਫੀਮ ਨਾ ਲਾ ਬੈਠੀ, ਦੇਸੀ दारू ਦੀ ਪਰਖਾਂ ਦਾਤ ਬੇਲੀ। ਸੁਣ ਕੇ ਟੋਟ ਕੇ ਚੜੇ ਸੀ ਸਾਹ ਉੱਪਰ, ਸੰਤਾ ਸਿੰਘ ਦਾ ਸੁੱਕਾ ਸੀ ਸੰਗ ਬੇਲੀ। ਸੁਣ ਕੇ ਟੋਟ ਕੇ ਚੜੇ ਸੀ ਸਾਹ ਉੱਪਰ, ਸੰਤਾ ਸਿੰਘ ਦਾ ਸੁੱਕਾ ਸੀ ਸੰਗ ਬੇਲੀ। ਕਹੇ ਛੱਡੋ ਹੁਣ ਬੇਲੀਓ ਨੁਸਖਿਆਂ ਨੂੰ, ਡਰ ਨਾਲ ਹੀ ਮੁੱਕ ਗਈ ਖੰਘ ਬੇਲੀ। ਜੀ ਬਹੁਤ ਬਹੁਤ ਧੰਨਵਾਦ ਜੀ। ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਅਸਰਤ ਇਹ ਸਨ ਬਲਤੇਜ ਪੰਨੂ ਜੋ ਸਾਡੇ ਨਾਲ ਜੁੜਦੇ ਨੇ, ਦੱਸਦੇ ਨੇ ਕਿ ਉੱਥੇ ਕੀ ਕੁਛ ਵਾਪਰਿਆ ਤੇ ਕੀ ਉੱਥੇ ਦੀ ਖਬਰ ਸਾਰਿਆ। ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ।